ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅਸੀਂ ਇਸ ਚੈਨਲ ਦੇ ਉੱਪਰ ਪੀਐਸ ਟੈਟ ਐਂਡ ਸੀ ਟੈਟ ਦੀ ਤਿਆਰੀ ਕਰਵਾ ਰਹੇ ਹਾਂ 2022 ਦੇ ਲਈ। ਤੇ ਇਸ ਦੇ ਲਈ ਤੁਹਾਨੂੰ ਪੰਜਾਬੀ ਭਾਸ਼ਾ ਜਾਂ ਪੰਜਾਬੀ ਪੈਡਾਗੋਜੀ ਦਾ ਇਹ 14ਵਾਂ ਲੈਕਚਰ ਮਿਲਣ ਵਾਲਾ ਹੈ, ਜਾਂ 14ਵੀਂ ਕਲਾਸ ਕਹੋਗੇ। ਇਸ ਤੋਂ ਪਹਿਲਾਂ ਅਸੀਂ 13 ਲੈਕਚਰ ਜਿਹੜੇ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇਹ ਥਿਊਰੀ ਕਲਾਸਾਂ ਨੇ ਕਿ ਇਹਦੇ ਵਿੱਚ ਪ੍ਰੋਪਰ ਤੁਹਾਨੂੰ ਥਿਊਰੀ ਮਿਲੇਗੀ। ਤਾਂ ਅੱਜ ਦੀ ਜਿਹੜੀ ਕਲਾਸ ਹੈ 14ਵੇਂ ਲੈਕਚਰ ਦੇ ਵਿੱਚ ਗੱਲ ਕਰਾਂਗੇ, ਤਾਂ ਉਹ ਹੈ ਆਗਮਨ ਵਿਧੀ ਤੇ ਨਿਗਮਨ ਵਿਧੀ। ਆਪਾਂ ਅਕਸਰ ਪੈਡਾਗੋਜੀ ਦੀ ਗੱਲ ਕਰਦੇ ਹਾਂ, ਪੈਡਾਗੋਜੀ ਦੇ ਉੱਪਰ ਜਾਂ ਕੋਈ ਵੀ ਲੈਂਗੁਏਜ ਤੁਸੀਂ ਕਰ ਰਹੇ ਹੋ, ਚਾਹੇ ਪੰਜਾਬੀ ਹੈ, ਇੰਗਲਿਸ਼ ਹੈ, ਹਿੰਦੀ ਹੈ, ਸੰਸਕ੍ਰਿਤ ਹੈ, ਤਾਂ ਉਹਦੇ ਵਿੱਚ ਆਗਮਨ ਤੇ ਨਿਗਮਨ ਵਿਧੀ ਦੇਖਣ ਨੂੰ ਮਿਲਦੀ ਹੈ। ਤੇ ਉਸ ਨੂੰ ਆਪਾਂ ਡਿਟੇਲ ਦੇ ਨਾਲ ਅੱਜ ਪੜ੍ਹਨ ਵਾਲੇ ਹਾਂ। ਤਾਂ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੇ ਉੱਪਰ ਇੱਕ ਨਾ ਇੱਕ MCQ ਹਰੇਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਘੱਟੋ ਘੱਟ ਇੱਕ MCQ ਹਮੇਸ਼ਾ ਹੀ ਪੇਪਰ ਦੇ ਵਿੱਚ ਦੇਖਿਆ ਜਾਂਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ, ਆਪਾਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਨ ਵਾਲੇ ਹਾਂ। ਇਹ ਵਿਆਕਰਨ ਸਿੱਖਿਆ ਦੀਆਂ ਵਿਧੀਆਂ ਦੇ ਵਿੱਚੋਂ ਇੱਕ ਹੈ ਕਿ ਵਿਆਕਰਨ ਨੂੰ ਕਿਸ ਤਰ੍ਹਾਂ ਆਪਾਂ ਸਿੱਖ ਸਕਦੇ ਹਾਂ, ਜਾਂ ਉਹਦੀ ਸਿੱਖਿਆ ਕਿਸ ਤਰ੍ਹਾਂ ਆਪਾਂ ਕਿਹੜੀ ਵਿਧੀ ਦੇ ਰਾਹੀਂ ਜਿਹੜੀ ਕਿ ਉਪਯੋਗਿਤ ਰਹਿਣ ਵਾਲੀ ਹੈ, ਕਿਹੜੀ ਵਿਧੀ, ਤਾਂ ਉਸ ਨੂੰ ਆਪਾਂ ਜਾਣਦੇ ਹਾਂ। ਸਭ ਤੋਂ ਪਹਿਲੀ ਵਿਧੀ ਹੈ ਆਪਣੀ ਨਿਗਮਨ ਵਿਧੀ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਨਿਗਮਨ ਵਿਧੀ। ਜਦੋਂ ਵੀ ਆਪਾਂ ਬੀਐਡ ਕੀਤੀ ਸੀ, ਉਦੋਂ ਆਪਾਂ ਲੈਸਨ ਪਲਾਨ ਬਣਾਏ ਸੀ, ਪਾਠ ਕ੍ਰਮ ਬਣਾਏ ਸੀ, ਲੈਸਨ ਪਲਾਨ ਬਣਾਏ ਸੀ। ਤਾਂ ਲੈਸਨ ਪਲਾਨ ਦੇ ਵਿੱਚ ਆਪਾਂ ਅਕਸਰ ਲਿਖਦੇ ਸੀ ਆਗਮਨ ਵਿਧੀ ਤੇ ਨਿਗਮਨ ਵਿਧੀ। ਤਾਂ ਉਸਦੇ ਵਿੱਚ ਇਹਦਾ ਕੀ ਮਤਲਬ ਸੀ, ਹੁਣ ਇਹ ਸਮਝਿਓ ਕਿ ਇਹ ਆਪਾਂ ਪੀਐਸ ਟੈਟ ਜਾਂ ਸੀ ਟੈਟ ਐਗਜ਼ਾਮ ਦੇਵਾਂਗੇ, ਉਹਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ, ਇਹ ਕੁਐਸਚਨ ਦੇਖਣ ਨੂੰ ਮਿਲ ਸਕਦਾ। ਇਸ ਕਰਕੇ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਜ਼ਰੂਰ ਪੜ੍ਹਨਾ ਹੈ। ਸਭ ਤੋਂ ਪਹਿਲਾਂ ਆਪਾਂ ਨਿਗਮਨ ਵਿਧੀ ਦੀ ਗੱਲ ਕਰਦੇ ਹਾਂ। ਨਿਗਮਨ ਵਿਧੀ ਵਿੱਚ ਨਿਯਮ ਤੋਂ ਉਦਾਹਰਨ ਵੱਲ ਜਾਈਦਾ। ਜਦੋਂ ਵੀ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਨਿਯਮ ਦੱਸਦੇ ਹਾਂ। ਕੋਈ ਵੀ ਨਿਯਮ ਹੁੰਦਾ, ਜਿਵੇਂ ਕਿ ਆਪਾਂ ਨਾਮ ਪੜ੍ਹਨਾ ਹੈ, ਨਾਮ ਟੌਪਿਕ ਪੜ੍ਹਨਾ ਹੈ, ਪਹਿਲਾਂ ਨਾਮ ਦੀ ਆਪਾਂ ਪਰਿਭਾਸ਼ਾ ਪੜ੍ਹਾਂਗੇ। ਪਹਿਲਾਂ ਕੀ ਹੈ, ਪਰਿਭਾਸ਼ਾ ਪੜ੍ਹਾਂਗੇ। ਉਸ ਤੋਂ ਬਾਅਦ ਪਰਿਭਾਸ਼ਾ ਪੜ੍ਹਾਂਗੇ। ਉਸ ਤੋਂ ਬਾਅਦ ਕੀ ਕਰਾਂਗੇ, ਪਰਿਭਾਸ਼ਾ ਤੋਂ ਫਿਰ ਉਹਦੀਆਂ ਉਦਾਹਰਨਾਂ ਕਰਾਂਗੇ। ਮਤਲਬ ਕੀ ਆ, ਪਹਿਲਾਂ ਉਹਨੂੰ ਨਿਯਮ ਪੜ੍ਹਾਂਗੇ, ਉਹਦੇ ਨਿਯਮ ਪੜ੍ਹ ਕੇ ਫਿਰ ਉਦਾਹਰਨ ਦੇ ਵੱਲ ਜਾਵਾਂਗੇ। ਉਸਨੂੰ ਕੀ ਕਹਿੰਦਾ ਹੈ, ਨਿਗਮਨ ਵਿਧੀ। ਇੱਥੋਂ ਤੱਕ ਤੁਹਾਡਾ ਕਲੀਅਰ ਹੋ ਗਿਆ ਹੋਣਾ। ਹੁਣ ਨੈਕਸਟ ਚੱਲਦੇ ਹਾਂ ਕਿ ਪਹਿਲਾਂ ਬੱਚੇ ਨੂੰ ਨਿਯਮ ਬਾਰੇ ਸਮਝਾਇਆ ਜਾਵੇ। ਪਹਿਲਾਂ ਬੱਚੇ ਨੂੰ, ਜਿਵੇਂ ਕਿ ਆਪਾਂ ਵਿਆਕਰਨ ਦੇ ਵਿੱਚ ਕਰਦੇ ਹਾਂ, ਵਿਆਕਰਨ ਕਿਵੇਂ ਕਰਦੇ ਹਾਂ, ਪਹਿਲਾਂ ਨਾਮ ਬਾਰੇ ਪੜ੍ਹਾਉਣਾ ਹੈ, ਪਹਿਲਾਂ ਨਾਮ ਦੀ ਪਰਿਭਾਸ਼ਾ ਦੇਵਾਂਗੇ, ਫਿਰ ਉਦਾਹਰਨਾਂ ਕਰਾਂਗੇ। ਇਸੇ ਤਰ੍ਹਾਂ ਹੀ ਪਹਿਲਾਂ ਬੱਚੇ ਨੂੰ ਕੀ ਕੀਤਾ ਜਾਏਗਾ, ਨਿਯਮ ਸਮਝਾਏ ਜਾਣਗੇ। ਅਗਰ ਨਿਯਮ ਸਮਝ ਆਉਣਗੇ ਬੱਚੇ ਨੂੰ, ਫੇਰ ਹੀ ਉਦਾਹਰਨਾਂ ਕਰ ਸਕਦਾ ਹੈ। ਵਿਆਕਰਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਹੈ, ਅਗਰ ਤੁਹਾਡੇ ਤੋਂ ਇਸ ਤਰ੍ਹਾਂ ਪੁੱਛਿਆ ਗਿਆ ਵਿਆਕਰਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਪੜ੍ਹਾਉਣਾ ਚਾਹੀਦਾ ਹੈ, ਤਾਂ ਉਹ ਕਹੋਗੇ ਨਿਯਮ। ਅਗਰ ਆਪਾਂ ਨਿਯਮ ਪੜ੍ਹਾਵਾਂਗੇ ਤਾਂ ਫੇਰ ਹੀ ਬੱਚਾ ਉਦਾਹਰਨਾਂ ਕਰ ਸਕਦਾ ਹੈ, ਕਿਉਂਕਿ ਇੱਕ ਇਹ ਆਪਣੇ ਆਪ 'ਚ ਬਹੁਤ ਹੀ ਇੱਕ ਸਿੰਪਲ ਨਹੀਂ ਹੈ ਜੀ। ਇਹ ਅਗਰ ਤੁਸੀਂ ਗੱਲ ਕਰੋਗੇ ਸਿੰਪਲ ਟੌਪਿਕ ਆ, ਬਿਲਕੁਲ ਹੀ ਕੰਪਲੈਕਸ ਆ। ਇੰਗਲਿਸ਼ ਦੇ ਵਿੱਚ ਆਪਾਂ ਕੰਪਲੈਕਸ ਕਵਾਂਗੇ, ਗੁੰਝਲਦਾਰ ਹੈ। ਇਹ ਜਦੋਂ ਆਪਾਂ ਵਿਆਕਰਨ ਪੜ੍ਹਦੇ ਆ ਨਾ, ਉਹ ਗੁੰਝਲਦਾਰ ਹੁੰਦੀ ਆ। ਤਾਂ ਉਸ ਨੂੰ ਸਹੀ ਕਰਨ ਦੇ ਲਈ ਆਪਾਂ ਭਾਸ਼ਾ ਨੂੰ ਵਿਆਕਰਨ ਪੜ੍ਹਦੇ ਹਾਂ। ਵਿਆਕਰਨ ਦੀ ਜਿਹੜੀ ਕਿ ਨਿਯਮ ਬਣੇ ਨੇ, ਭਾਸ਼ਾ ਨੂੰ ਸਹੀ ਕਰਨ ਦੇ ਲਈ ਨਿਯਮ ਬਣੇ ਨੇ। ਜਦੋਂ ਆਪਾਂ ਨਿਯਮਾਂ ਨੂੰ ਪੜ੍ਹਦੇ ਹਾਂ ਤੇ ਉਹ ਨਿਯਮਾਂ ਨੂੰ ਪੜ੍ਹ ਕੇ ਉਹਦੀ ਉਦਾਹਰਨ ਕਰਦੇ ਹਾਂ, ਉਸਨੂੰ ਆਪਾਂ ਨਿਗਮਨ ਵਿਧੀ ਦੇ ਨਾਮ ਜਾਣਦੇ ਹਾਂ। ਦੇਖੋ, ਜਦੋਂ ਨੰਨਾ ਆ ਗਿਆ ਤੇ ਨੰਨੇ ਸਾਰੀ, ਇੱਥੇ ਕੀ ਸਮਝ ਲਓ, ਸਭ ਤੋਂ ਪਹਿਲਾਂ ਕੀ ਕਰਨਾ, ਆਪਾਂ ਨਿਯਮ ਕਰਨੇ ਆ। ਨੰਨੇ ਤੋਂ ਨਿਯਮ, ਦੋਨੇ ਚ ਨੰਨਾ ਆ ਰਿਹਾ, ਨਿਯਮ। ਠੀਕ ਆ, ਨਿਯਮ ਨਿਜ਼ਮ ਤਾਂ ਨਿਗਮ, ਇਹ ਵਿਧੀ ਇੱਕ ਦੂਜੇ ਨਾਲ ਸਮਝ ਲਓ ਇੱਥੇ ਕਿ ਨਿਯਮ ਤੇ ਨਿਗਮਨ ਦੋਨੋਂ ਇੱਕ ਨੇ। ਠੀਕ ਆ, ਕਿਉਂਕਿ ਇਹਦੇ ਵਿੱਚ ਨੰਨਾ ਆ ਰਿਹਾ, ਸੌਖਾ ਰੱਖਣਾ ਯਾਦ। ਅਗਰ ਤੁਹਾਡੇ ਤੋਂ ਇਸ ਤਰ੍ਹਾਂ ਪੁੱਛਿਆ ਗਿਆ ਨਿਗਮਨ ਵਿਧੀ ਕੀ ਹੈ, ਜਦੋਂ ਉੱਥੇ ਲਿਖਤਾ ਨਿਯਮ ਤੋਂ ਉਦਾਹਰਨ ਦੇ ਵੱਲ, ਤੁਸੀਂ ਉੱਥੇ ਟਿਕ ਲਗਾ ਦੋਗੇ MCQ ਦੇ ਵਿੱਚ। ਇੱਥੋਂ ਤੱਕ ਕਿ ਤੁਹਾਡਾ ਕਲੀਅਰ ਹੋ ਗਿਆ ਹੋਣਾ। ਪਹਿਲਾਂ ਬੱਚੇ ਨੂੰ ਆਪਾਂ ਨਿਯਮ ਪੜ੍ਹਾਵਾਂਗੇ, ਫਿਰ ਉਸ ਤੋਂ ਬਾਅਦ ਨਿਯਮ ਦੀ ਉਦਾਹਰਨ ਵੀ ਦੇਵਾਂਗੇ। ਜਿਵੇਂ ਹੁਣ ਆਪਾਂ ਨਾਮ ਪੜ੍ਹਾ ਰਹੇ ਹਾਂ, ਨਾਮ ਦੇ ਪ੍ਰਕਾਰ ਪੜ੍ਹਾਉਣ ਲੱਗ ਗਏ। ਸਭ ਤੋਂ ਪਹਿਲਾਂ ਆਮ ਨਾਮ, ਫਿਰ ਆਪਾਂ ਆਮ ਨਾਮ ਦੀ ਪਰਿਭਾਸ਼ਾ ਦੇ ਕੇ ਉਹਦੀ ਜਿਹੜੀਆਂ ਉਦਾਹਰਨਾਂ ਕਰਾਂਗੇ, ਜਿਵੇਂ ਕਿ ਆਪਾਂ ਅਕਸਰ ਕਰਦੇ ਆਏ ਹਾਂ। ਇਸੇ ਤਰ੍ਹਾਂ ਹੀ ਇਸ ਵਿਧੀ ਨੂੰ ਆਪਾਂ ਨਿਗਮਨ ਵਿਧੀ ਦੇ ਨਾਮ ਨਾਲ ਜਾਣਦੇ ਹਾਂ। ਫਿਰ ਇਸ ਦੇ ਨਾਲ ਹੀ ਜਿਹੜਾ ਕਿ ਸਾਰਾ ਆਪਾਂ ਟੌਪਿਕ ਆ, ਜਾਂ ਕੋਈ ਵੀ ਆਪਣੇ ਕੋਲੇ ਵਿਸ਼ਾ ਹੁੰਦਾ, ਉਪ ਵਿਸ਼ਾ ਆਪਾਂ ਪੂਰਾ ਕਰਦੇ ਹਾਂ। ਇਸੇ ਤਰ੍ਹਾਂ ਹੀ ਵਿਆਕਰਨ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹਾਂ। ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਿਆ ਹੋਣਾ। ਫਿਰ ਤੋਂ ਦੱਸ ਦਿੰਦਾ, ਨਿਗਮਨ ਵਿਧੀ ਕੀ ਹੈ। ਨਿਗਮਨ ਵਿਧੀ ਉਹ ਹੁੰਦੀ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਪੜ੍ਹਾਉਣਾ ਹੋਵੇ ਜਾਂ ਪੜ੍ਹਨਾ ਹੋਵੇ, ਪਹਿਲਾਂ ਆਪਾਂ ਉਸਦੇ ਨਿਯਮ ਜਾਣਾਂਗੇ। ਜੋ ਵੀ ਚੀਜ਼ ਪੜ੍ਹਨੀ ਹੈ ਉਸਦੇ ਪਹਿਲਾਂ ਆਪਾਂ ਨਿਯਮ ਜਾਣਾਂਗੇ,
ਨਿਯਮ ਤੋਂ ਬਾਅਦ ਆਪਾਂ ਕੀ ਜਾਣਾਂਗੇ, ਉਦਾਹਰਨਾਂ। ਉਹਦੀਆਂ ਕੀ ਉਦਾਹਰਨਾਂ ਨੇ, ਉਦਾਹਰਨਾਂ ਨੂੰ ਸਮਝਾਂਗੇ। ਉਸੇ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਨਿਯਮ ਕਰਾਂਗੇ, ਉਸ ਤੋਂ ਬਾਅਦ ਉਦਾਹਰਨਾਂ ਕਰਾਂਗੇ। ਇਹ ਵੀ ਨਿਯਮ ਵਿਧੀ ਵੀ ਅੱਗੇ ਦੋ ਤਰ੍ਹਾਂ ਦੀ ਹੈ, ਦੋ ਪ੍ਰਕਾਰ ਨੇ। ਕਿੰਨੇ ਪ੍ਰਕਾਰ ਨੇ? ਦੋ ਪ੍ਰਕਾਰ। ਸਭ ਤੋਂ ਪਹਿਲਾ ਪ੍ਰਕਾਰ ਹੈ ਸੂਤਰ ਵਿਧੀ ਐਂਡ ਪਾਠ ਪੁਸਤਕ ਵਿਧੀ। ਹੁਣ ਵਿਆਕਰਨ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ, ਵਿਆਕਰਨ ਦੀ ਗੱਲ ਕਰਦੇ ਆ। ਵਿਆਕਰਨ ਲਿਖਿਆ ਸੀ ਨਾ ਆਪਣੇ ਕੋਲ ਸਭ ਤੋਂ ਪਹਿਲਾ ਟੌਪਿਕ, ਤਾਂ ਵਿਆਕਰਨ ਨੂੰ ਸੂਤਰ ਵਿਧੀ ਤੇ ਪਾਠ ਪੁਸਤਕ ਵਿਧੀ ਦੇ ਰਾਹੀਂ ਪੜਾਂਗੇ, ਜਿਹੜਾ ਕਿ ਨਿਗਮਨ ਵਿਧੀ ਦੇ ਅੱਗੇ ਪ੍ਰਕਾਰ ਨੇ। ਸਭ ਤੋਂ ਪਹਿਲਾਂ ਨਿਗਮਨ ਵਿਧੀ ਦੇ ਦੋਸ਼ ਕਰ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਦੋਸ਼ ਕਰਦੇ ਆ ਵੀ ਇਹਦੇ ਔਗੁਣ ਕੀ ਨੇ। ਦੋਸ਼ ਦਾ ਮਤਲਬ ਆ ਔਗੁਣ, ਇਹਦੇ ਵਿੱਚ ਕਮੀਆਂ ਕੀ ਨੇ, ਜਾਂ ਫਿਰ ਔਗੁਣ ਮੰਨ ਲਓ ਜਾਂ ਕਮੀਆਂ ਨੇ। ਕੀ ਕਮੀਆਂ ਨੇ ਪੜ੍ਹਦੇ ਆ। ਇਹ ਮਨੋਵਿਗਿਆਨਿਕ ਹੈ, ਮਤਲਬ ਕਿ ਮਨੋਵਿਗਿਆਨਿਕ ਹੈ। ਇੱਕ ਵਿਗਿਆਨਿਕ ਤੌਰ ਤੇ ਹੁੰਦੀ ਆ, ਮਨੋਵਿਗਿਆਨਿਕ ਤੌਰ ਤੇ ਹੁੰਦੀ ਆ, ਇੱਕ ਮਨੋਵਿਗਿਆਨਿਕ ਹੁੰਦੀ ਆ। ਤਾਂ ਇਹ ਕੀ ਆ, ਮਨੋਵਿਗਿਆਨਿਕ, ਜਿਹੜੇ ਕਿ ਥੋੜੀ ਜਿਹੀ ਹਟ ਕੇ ਹੁੰਦੀ ਆ। ਹੁਣ ਇਹ ਕਿਵੇਂ ਹਟ ਕੇ ਹੁੰਦੀ ਆ, ਮਨੋਵਿਗਿਆਨਿਕ ਕਿਉਂ ਕਿਹਾ ਜਾਂਦਾ? ਕਿਉਂਕਿ ਇਸ ਵਿੱਚ ਬੱਚਾ ਜੋ ਸਿੱਖਦਾ ਹੈ ਉਹ ਬਿਨਾਂ ਸੋਚੇ ਸਮਝੇ ਸਿੱਖਦਾ ਹੈ। ਮਨੋ ਮਤਲਬ ਕਿ ਮਨ ਦੀ ਸੋਚਣਾ, ਜੋ ਸੋਚਦਾ ਹੈ ਉਹ ਸਮਝਦਾ ਹੈ। ਜਦੋਂ ਆ ਗਿਆ ਇੱਥੇ, ਮਤਲਬ ਕਿ ਜੋ ਸਮਝਦਾ ਹੈ ਉਹਨੂੰ ਸਮਝਣ ਨਾ ਲੱਗੇ, ਜੋ ਪੜ੍ਹ ਰਿਹਾ ਹੈ ਉਹਨੂੰ ਸਮਝਣ ਨਾ ਲੱਗੇ, ਬਸ ਰੱਟਾਫਿਕੇਸ਼ਨ, ਇੱਕ ਰੱਟਾ ਚੱਲੇ। ਇਸ ਦੇ ਵਿੱਚ ਵੀ ਲਿਖਿਆ ਜਦੋਂ ਬੱਚਾ ਸਿੱਖਦਾ ਹੈ ਤਾਂ ਉਹ ਬਿਨਾਂ ਸੋਚੇ ਸਮਝੇ ਸਿੱਖਦਾ ਹੈ, ਤੇ ਉਹ ਰੱਟਾ ਕਰਦਾ ਹੈ, ਕਿ ਰੱਟਾ ਲਗਾਉਂਦਾ ਹੈ। ਮਤਲਬ ਕਿ ਉਹਨੂੰ ਧੱਕੇ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਸਮਝ ਕੇ ਨਹੀਂ, ਉਹਨੂੰ ਰੱਟਾ ਲਗਾ ਕੇ ਚੀਜ਼ ਨੂੰ ਕੀ ਕਰਦਾ, ਯਾਦ ਕਰਦਾ ਹੈ। ਠੀਕ ਹੈ, ਇੱਕ ਯਾਦ ਕਰਨਾ, ਸਮਝ ਕੇ ਯਾਦ ਕਰਨਾ, ਇੱਕ ਰੱਟਾ ਲਗਾ ਕੇ ਯਾਦ ਕਰਨਾ। ਜਿਹੜਾ ਨਿਗਮਨ ਵਿਧੀ ਦੇ ਵਿੱਚ ਕੀ ਆ, ਨਿਗਮਨ ਵਿਧੀ 'ਚ ਬੱਚਾ ਰੱਟਾ ਲਗਾ ਕੇ ਯਾਦ ਕਰਦਾ ਹੈ। ਇਹ ਮੁੱਢਲੀਆਂ ਜਮਾਤਾਂ ਦੇ ਲਈ ਠੀਕ ਨਹੀਂ ਹੈ। ਜਿਹੜੀ ਕਿ ਆਪਾਂ ਗੱਲ ਕਰੀਏ ਪ੍ਰਾਇਮਰੀ, ਠੀਕ ਹੈ, ਪ੍ਰਾਇਮਰੀ ਦੀ ਗੱਲ ਕਰ ਲਈਏ, ਜਾਂ ਫਿਰ ਗੱਲ ਕਰੀਏ ਐਲੀਮੈਂਟਰੀ ਦੀ ਗੱਲ ਕਰਦੇ ਆ। ਪ੍ਰਾਇਮਰੀ ਜਾਂ ਐਲੀਮੈਂਟਰੀ ਕੀ ਹੁੰਦਾ, ਤੇ ਇਹਨਾਂ ਦੀ ਗੱਲ ਕਰਦੇ ਆ। ਪਹਿਲੀ ਤੋਂ ਲੈ ਕੇ 5ਵੀਂ ਕਲਾਸ ਤੱਕ ਦੀ ਇਹ ਜਿਹੜੀ ਵਿਧੀ ਆ, ਇਹ ਉਪਯੋਗਿਤ ਨਹੀਂ ਹੈ। ਅਗਰ ਤੁਹਾਡੇ ਤੋਂ ਪੁੱਛਿਆ ਗਿਆ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਦੇ ਲਈ ਉਪਯੋਗਿਤ ਵਿਧੀ ਕਿਹੜੀ ਹੈ, ਤੁਸੀਂ ਕਹੋਗੇ ਆਗਮਨ ਵਿਧੀ ਹੈ। ਆਗਮਨ ਵਿਧੀ ਹੈ, ਨਾ ਕਿ ਨਿਗਮਨ ਵਿਧੀ ਹੈ। ਇਹ ਬਸ ਯਾਦ ਰੱਖਿਓ, ਅੱਗੇ ਵੀ ਤੁਹਾਨੂੰ ਦੱਸੂਗਾ। ਇਸ ਤਰ੍ਹਾਂ ਦੇ MCQ ਦੇਖਣ ਨੂੰ ਮਿਲਦੇ ਨੇ। ਇਹ ਕੀ ਆ, ਮੁੱਢਲੀਆਂ ਜਮਾਤਾਂ ਦੇ ਲਈ, ਜਿਹੜੀਆਂ ਕਿ ਸ਼ੁਰੂ ਦੀਆਂ ਹੁੰਦੀਆਂ, ਉਹਨਾਂ ਲਈ ਠੀਕ ਨਹੀਂ ਹੈ। ਕਿਉਂਕਿ ਪਹਿਲਾਂ ਬੱਚੇ ਨੂੰ ਆਪਾਂ ਉਹਨੂੰ ਕੀ ਕਰਾਂਗੇ, ਇੱਕ ਰਸ ਦੇਵਾਂਗੇ। ਜਦੋਂ ਪੜ੍ਹਾਵਾਂਗੇ ਉਹਨੂੰ ਰਸ ਹੋਵੇ, ਉਹਦਾ ਜਿਹੜਾ ਉਹ ਰੁਚੀ ਹੈ, ਰੁਚੀ ਪੈਦਾ ਕਰਾਂਗੇ, ਕੁਝ ਚੀਜ਼ਾਂ ਦਿਖਾ ਕੇ ਪੜ੍ਹਾਵਾਂਗੇ। ਐ ਨਹੀਂ ਪਹਿਲਾਂ ਜਾ ਕੇ ਨਿਯਮ ਦੇ ਹੱਥ ਪਾ ਲਾਂਗੇ ਬੱਚਿਆਂ ਛੋਟਿਆਂ ਨੂੰ ਤੇ ਫਿਰ ਪੜ੍ਹਾਉਣ ਲੱਗਾਂਗੇ। ਨਹੀਂ, ਬੱਚਿਆਂ ਦਾ ਜਿਹੜਾ ਧਿਆਨ ਆ ਉਹ ਨਹੀਂ ਲੱਗੇਗਾ। ਬੱਚੇ ਜਿਹੜੇ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕਰਨਗੇ, ਕਿਉਂਕਿ ਉਹ ਚੀਜ਼ ਤੋਂ ਭੱਜਣਗੇ। ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਇਹ ਬੇਕਾਰ ਆ, ਸਾਡੇ ਲਈ ਨਹੀਂ ਹੈ। ਇਹ ਵਿਧੀ ਉੱਚ ਜਮਾਤ ਲਈ ਲਾਭਦਾਇਕ ਹੈ। ਹਾਂਜੀ, ਅਗਰ ਗੱਲ ਕਰੀਏ ਉੱਚ ਜਮਾਤ ਦੇ ਲਈ, ਜਿਵੇਂ ਕਿ ਆਪਾਂ ਕਹਿ ਸਕਦੇ 6 ਤੋਂ 8 ਤੱਕ ਜਾਂ ਇਸ ਤੋਂ ਅਬਵ ਚੱਲਦੇ ਆ, ਇਸ ਤੋਂ ਉੱਪਰ ਜਿਹੜੀਆਂ ਕਲਾਸਾਂ ਨੇ 12ਵੀਂ ਤੱਕ ਜਾਂ ਇਸ ਤੋਂ, ਉਸਦੇ ਲਈ ਕਿਹੜੀ ਇਹ ਨਿਗਮਨ ਵਿਧੀ ਕੀ ਆ, ਉਪਯੋਗਿਤ ਆ। ਕਿਉਂ? ਕਿਉਂਕਿ ਆਪਾਂ ਸਭ ਕੁਝ ਸਮਝ ਚੁੱਕੇ ਹੁੰਦੇ ਆ। ਉਦੋਂ ਆਪਣੀ ਜਿਹੜੀ ਸੋਚ ਸਮਝ ਆ ਉਹ ਪੂਰੀ ਹੋ ਗਈ ਹੁੰਦੀ ਆ। ਉਸ ਤੋਂ ਬਾਅਦ ਆਪਾਂ ਪਹਿਲਾਂ ਕੀ ਕਰਦੇ ਆ, ਪਰਿਭਾਸ਼ਾ ਪੜ੍ਹਦੇ ਆ। ਪਰਿਭਾਸ਼ਾ ਤੋਂ ਬਾਅਦ ਆਪਾਂ ਕੀ ਕਰਦੇ ਆ, ਉਦਾਹਰਨਾਂ ਕਰਦੇ ਆ ਕਿਸੇ ਵੀ ਚੀਜ਼ ਦੀਆਂ। ਇਸੇ ਤਰ੍ਹਾਂ ਹੀ ਸਾਰੇ ਜਿਹੜੇ ਕਿ ਸਬਜੈਕਟ ਬਣੇ ਹੋਏ ਨੇ, ਪਰਿਭਾਸ਼ਾ ਦੇ ਨਾਲ ਉਦਾਹਰਨਾਂ ਕਰਦੇ, ਤੇ ਬਹੁਤ ਤਰੀਕੇ ਦੇ ਨਾਲ ਆਪਾਂ ਅੱਜ ਕੱਲ੍ਹ ਪੜ੍ਹਦੇ ਹਾਂ। 6 ਤੋਂ ਲੈ ਕੇ 8 ਤੱਕ ਦੀ ਜਿਹੜੀ ਬੁੱਕਸ ਆ ਉਹਨਾਂ ਵਿੱਚ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਕੀ ਗੱਲ ਕਰਦੇ, ਕਿਉਂਕਿ ਤੇਜ਼ ਗਤੀ ਦੇ ਨਾਲ ਇੱਥੇ ਪੜ੍ਹਾਇਆ ਜਾਂਦਾ ਜਾਂ ਪੜ੍ਹਿਆ ਜਾਂਦਾ ਹੈ। ਨਿਗਮਨ ਵਿਧੀ ਦੇ ਵਿੱਚ ਤੇਜ਼ ਪੜ੍ਹਿਆ ਜਾਂਦਾ। ਤੇਜ਼ ਦੀ ਕਿੱਥੇ ਲੋੜ ਪੈਂਦੀ ਆ, ਵੱਡੀਆਂ ਜਮਾਤਾਂ ਦੇ ਲਈ ਜਾਂ ਫਿਰ ਉੱਚੀਆਂ ਜਮਾਤਾਂ ਦੇ ਲਈ। ਜਿਵੇਂ ਕਿ ਆਪਾਂ ਗੱਲ ਕਰ ਲਈਏ 6 ਤੋਂ ਲੈ ਕੇ 12ਵੀਂ ਤੱਕ ਦੀਆਂ ਕਲਾਸਾਂ ਦੇ ਲਈ, ਜਾਂ ਇਸ ਤੋਂ ਵੀ ਅਬਵ। ਵੈਸੇ ਤਾਂ ਆਪਾਂ 12ਵੀਂ ਤੱਕ ਦੀ ਗੱਲ ਕਰ ਲੈਂਦੇ ਹਾਂ, ਵੈਸੇ ਤਾਂ 8 ਤੱਕ ਦੀ ਹੈ, ਵੈਸੇ 12ਵੀਂ ਤੱਕ ਕਰ ਲੈਂਦੇ ਹਾਂ, ਇੱਥੋਂ ਤੱਕ। ਹੁਣ ਮੈਨੂੰ ਲੱਗਦਾ ਤੁਹਾਨੂੰ ਇਹ ਸਮਝ ਲੱਗੀ ਨਹੀਂ ਹੋਵੇਗੀ, ਤਾਂ ਸਮਝ ਤੁਹਾਨੂੰ ਜ਼ਰੂਰ ਲੱਗੇਗੀ। ਨਿਗਮਨ ਵਿਧੀ ਤੁਹਾਨੂੰ ਦੱਸਦਾ ਹੈ, ਉਸਦੇ ਦੋਸ਼ ਵੀ ਕੀ ਆ ਉਹ ਵੀ ਦੱਸ ਦਿੱਤੇ ਨੇ। ਇਹ ਰੱਟਾਫਿਕੇਸ਼ਨ ਆ, ਜਿਹਦੇ ਵਿੱਚ ਰੱਟਾ ਲਗਾਉਣਾ ਬੱਚੇ ਨੂੰ ਕਿਹਾ ਜਾਂਦਾ ਹੈ, ਤੇ ਸਮਝਣ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਇਹ ਮਨੋਵਿਗਿਆਨਿਕ ਆ, ਤੇ ਇਹ ਮੁੱਢਲੀਆਂ ਜਮਾਤਾਂ ਦੇ ਨਹੀਂ ਠੀਕ ਨਹੀਂ ਹੈ। ਇਹ ਉੱਚ ਜਮਾਤਾਂ ਦੇ ਲਈ ਲਾਭਦਾਇਕ ਹੈ, ਕਿਉਂਕਿ ਤੇਜ਼ ਗਤੀ ਦੇ ਨਾਲ ਜਦੋਂ ਬੱਚਾ ਸਿੱਖਦਾ ਹੈ, ਤੇ ਆਪਾਂ ਨੂੰ ਉੱਚ ਜਮਾਤ ਦੇ ਵਿੱਚ ਤੇਜ਼ ਗਤੀ ਦੇ ਨਾਲ ਸਿੱਖਣ ਨੂੰ ਬੋਲਿਆ ਜਾਂਦਾ ਜਾਂ ਸਿਖਾਇਆ ਜਾਂਦਾ। ਸਭ ਤੋਂ ਪਹਿਲੀ ਆਪਣੇ ਕੋਲੇ ਹੈ ਪ੍ਰਕਾਰ। ਸਭ ਤੋਂ ਪਹਿਲਾ ਪ੍ਰਕਾਰ ਹੈ ਆਪਣਾ, ਉਹ ਹੈ ਸੂਤਰ ਵਿਧੀ ਜਾਂ ਪ੍ਰਣਾਲੀ। ਸੂਤਰ ਵਿਧੀ ਦੀ ਗੱਲ ਕਰਦੇ ਆ। ਸੂਤਰ ਵਿਧੀ ਹੈ ਕੀ? ਸਭ ਤੋਂ ਪਹਿਲਾਂ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਦੇਖੋ ਸੂਤਰ ਵਿਧੀ ਕੀ ਹੈ, ਇਸ ਵਿਧੀ ਵਿੱਚ ਵਿਆਕਰਨ ਦੇ ਨਿਯਮ, ਦੇਖੋ ਵਿਆਕਰਨ ਦੇ ਨਿਯਮ ਸੂਤਰ ਰੂਪ ਵਿੱਚ ਰੱਟਾ ਦਿੱਤਾ ਜਾਂਦੇ ਹਨ, ਜਾਂ ਰੱਟਾ ਮਤਲਬ ਕਿ ਜਦੋਂ ਵਿਆਕਰਨ ਦੇ ਨਿਯਮ ਪੜ੍ਹਾਏ ਜਾਣ, ਉਹਦੇ ਸੂਤਰ ਪੜ੍ਹਾਏ ਜਾਣ, ਸਿਧਾਂਤ ਪੜ੍ਹਾਏ ਜਾਣ, ਉਹਦਾ ਰੂਪ ਪੜ੍ਹਾਇਆ ਜਾਵੇ, ਤਾਂ ਉਦੋਂ ਕਿਹਾ ਜਾਂਦਾ ਕਿ ਬੱਚੇ ਨੂੰ ਬਿਨਾਂ ਸੋਚੇ ਸਮਝੇ ਉਹਨੂੰ ਰੱਟਾ ਲਗਾ ਦਿੱਤਾ ਜਾਂਦਾ ਵੀ ਨਾਮ ਕੀ ਹੁੰਦੇ ਆ। ਤਾਂ ਨਾਮ ਕਵਾਂਗੇ ਜੀ ਉਹ ਨਾਮ ਹੁੰਦੇ ਆ ਜਿਹੜੇ ਕਿ ਕਿਸੇ ਵਸਤੂ ਦੇ, ਥਾਂ ਦੇ,
ਕਿਸੇ ਸਥਾਨ ਦੇ ਇਸ ਤਰ੍ਹਾਂ ਦੇ ਭਾਵ ਦੇ ਨਾਮ ਹੋਣ ਤਾਂ ਆਪਾਂ ਨੂੰ ਵੀ ਰੱਟਾ ਲਗਾਇਆ ਹੋਇਆ। ਵੈਸੇ ਜੇ ਆਪਾਂ ਕਹੀਏ ਨਾਮ ਕੀ ਹੁੰਦਾ, ਬੱਚਾ ਇੱਕ ਵੇ ਨਾਮ ਜਿਵੇਂ ਕਿਸੇ ਮੰਨ ਲਓ ਕਿ ਕਹਿ ਸਕਦੇ ਘਰ ਦੀ ਚੀਜ਼ ਦਾ ਨਾਮ ਹੈ, ਕਿਸੇ ਬੰਦੇ ਦਾ ਨਾਮ ਹੈ, ਇਸ ਤਰ੍ਹਾਂ ਨਹੀਂ ਕਹੇਗੇ ਕਿਉਂਕਿ ਉਹ ਰੱਟਾ ਸਾਨੂੰ ਸ਼ੁਰੂ ਤੋਂ ਲਗਾ ਰਿਹਾ ਤੇ ਆਪਾਂ ਅੱਜ ਰੱਟੇ ਦੇ ਉੱਪਰ ਹੀ ਗੱਲ ਕਰ ਰਹੇ। ਅੱਜ ਕੱਲ੍ਹ ਮੈਨੂੰ ਪੁੱਛੇ ਨਾਮ ਕੀ ਹੁੰਦਾ, ਮੈਂ ਵੀ ਕਹੂੰਗਾ ਉਹ ਨਾਮ ਜਿਹੜੇ ਕਿ ਕਿਸੇ ਮਨੁੱਖ ਦੇ, ਵਸਤੂ ਦੇ, ਭਾਵ ਦੇ ਇਸ ਤਰ੍ਹਾਂ ਦੇ ਨਾਮ ਹੋਣ ਜਿਹਨੂੰ ਮਾਪਿਆ ਜਾ ਸਕਦਾ ਹੈ, ਇਸ ਤਰ੍ਹਾਂ ਉਹਨਾਂ ਨੂੰ ਕਹਾਂਗੇ ਕਿਉਂਕਿ ਇਹ ਆਪਣੇ ਸ਼ੁਰੂ ਤੋਂ ਹੀ ਸਿਸਟਮ ਚੱਲਦਾ ਆਇਆ। ਉਸ ਤੋਂ ਬਾਅਦ ਕੀ ਆ, ਉਹਨਾਂ ਦੀ ਉਦਾਹਰਨਾਂ ਦੱਸ ਕੇ ਕੀ ਕੀਤਾ ਜਾਵੇ, ਪੂਰਕ ਕੀਤਾ ਜਾਵੇ। ਸੂਤਰ ਦੇ ਵਿੱਚ ਕੀ ਕਿਹਾ ਜਾਂਦਾ, ਸਭ ਤੋਂ ਪਹਿਲਾਂ ਜਿਵੇਂ ਕਿ ਵਿਆਕਰਨ ਦੀ ਗੱਲ ਕਰੀਏ, ਵਿਆਕਰਨ ਦੇ ਸੂਤਰ ਪੜ੍ਹਾਏ ਜਾਂਦੇ ਨੇ, ਨਿਯਮ ਪੜ੍ਹਾਏ ਜਾਂਦੇ ਨੇ ਤੇ ਉਹਨੂੰ ਪੜ੍ਹਾ ਕੇ ਉਸ ਤੋਂ ਬਾਅਦ ਕੀ ਉਹਦੀਆਂ ਉਦਾਹਰਨਾਂ ਦਿੱਤੀਆਂ ਜਾਣ। ਹਾਂਜੀ, ਉਦਾਹਰਨਾਂ ਦਿੱਤੀਆਂ ਜਾਣ, ਉਸਨੂੰ ਕੀ ਕਹਾਂਗੇ ਆਪਾਂ, ਸੂਤਰ ਵਿਧੀ। ਅਗਰ ਸੂਤਰ ਵਿਧੀ ਪੁੱਛਿਆ ਗਿਆ ਤੁਸੀਂ ਆਨਸਰ ਕਰੋਗੇ ਪਹਿਲਾਂ ਨਿਯਮ ਤੇ ਫਿਰ ਉਹਦੇ ਉਦਾਹਰਨਾਂ, ਤੇ ਇਹ ਕਿਹਦੇ ਵਿੱਚ ਆ, ਇਹ ਵਿਆਕਰਨ ਦੇ ਵਿੱਚ ਆ ਜੀ। ਠੀਕ ਹੈ ਜੀ, ਵਿਆਕਰਨ ਦੇ ਵਿੱਚ ਗੱਲ ਕਰ ਰਹੀ ਹੈ ਇਹ, ਹੋਰ ਕਿਸੇ ਦੇ ਵਿੱਚ ਨਹੀਂ ਹੈ। ਵਿਆਕਰਨ ਓਨਲੀ ਵਿਆਕਰਨ, ਕੇਵਲ ਵਿਆਕਰਨ ਦੇ ਵਿੱਚ। ਹੁਣ ਫਿਰ ਕਹਿ ਰਹੇ ਹਾਂ ਅਗਰ ਕੁਐਸਚਨ ਇਸ ਤਰ੍ਹਾਂ ਪੁੱਛਿਆ ਗਿਆ ਕਿ ਸੂਤਰ ਵਿਧੀ ਕਿੱਥੇ ਵਰਤੋਂ ਆਉਂਦੀ ਹੈ ਤਾਂ ਤੁਸੀਂ ਕਹੋਗੇ ਵਿਆਕਰਨ ਦੇ ਅਧਿਐਨ ਦੇ ਸਮੇਂ, ਵਿਆਕਰਨ ਨੂੰ ਪੜ੍ਹਨ ਦੇ ਲਈ ਇਹ ਵਿਧੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਤਾਂ ਵਰਤੋਂ ਇਸ ਤਰ੍ਹਾਂ ਲਿਖ ਦਿੰਦਾ। ਇਸ ਤਰ੍ਹਾਂ ਦੇ MCQ ਦੇਖਣ ਨੂੰ ਮਿਲਦੇ ਨੇ, ਘੁਮਾ ਫਿਰਾ ਕੇ ਪੁੱਛੇ ਜਾਂਦੇ ਨੇ, ਇਹਦੇ ਵਿੱਚ ਕੋਈ ਗਲਤੀ ਨਹੀਂ ਕਰਨੀ। ਹੁਣ ਇਹਦੇ ਦੋਸ਼ ਕੀ ਨੇ, ਦੋਸ਼ ਜਾਂ ਗੁਣ, ਆਗੁਣ। ਦੇਖੋ ਗੁਣ ਤਾਂ ਕੋਈ ਇਹਦੇ ਵਿੱਚ ਨਹੀਂ ਹੈ ਨਾ, ਬਸ ਅਗੁਣ ਹੀ ਯਾਦ ਰੱਖਿਓ। ਇਹ ਵਿਧੀ ਵਿੱਚ ਬੇਰਸ ਹੁੰਦਾ, ਮਤਲਬ ਕਿ ਬੇਰਸ ਦਾ ਮਤਲਬ ਇਹਦੇ ਵਿੱਚ ਕੋਈ ਰਸ ਨਹੀਂ ਹੁੰਦਾ, ਬੱਚਾ ਇਹਦੇ ਵਿੱਚ ਰੁਚੀ ਨਹੀਂ ਲੈਂਦਾ। ਬੱਚਾ ਸੋਚਦਾ ਹੈ ਨਾਮ ਪੜਾਵਾਂਗੇ ਸ਼ਾਇਦ ਜਰਾ, ਇਹ ਤਾਂ ਸਭ ਕੁਝ ਪਤਾ ਹੀ ਆ ਆਪਾਂ ਨੂੰ, ਨਾਮ ਕੀ ਹੁੰਦੇ ਆ, ਵੀ ਨਾਮ ਕਿਸੇ ਬੰਦੇ ਦੇ ਨਾਮ ਹੋਣਗੇ ਜਾਂ ਇਸ ਤਰ੍ਹਾਂ, ਵੀ ਆਪਾਂ ਇਹ ਤੋਂ ਕੀ ਲੈਣਾ ਯਾਰ। ਪਰ ਬਾਅਦ ਚ ਜਾ ਕੇ ਪਤਾ ਲੱਗਦਾ ਨਾ, ਬਸ ਬੇਰਸ ਪੈਦਾ ਕਰ ਦਿੰਦੀ ਆ ਬੱਚੇ ਦੇ ਅੰਦਰ, ਛੋਟੀਆਂ ਜਮਾਤਾਂ ਦੇ ਲਈ। ਉਸੇ ਤਰ੍ਹਾਂ ਹੀ ਇਸ ਵਿਧੀ ਵਿੱਚ ਬੱਚੇ ਰੱਟਾ ਲਾ ਲੈਂਦੇ ਨੇ, ਕੀ ਕਰ ਲੈਂਦੇ ਨੇ, ਰੱਟਾ ਲਾ ਲੈਂਦੇ ਨੇ। ਫਿਰ ਉਹਨਾਂ ਦੀ ਸੋਚਣ ਤੇ ਸਮਝਣ ਦੀ ਜਿਹੜੀ क्षमता ਉਹ ਘਟ ਜਾਂਦੀ ਹੈ, ਤੇ ਘਟ ਗਈ ਤਾਂ ਬੱਚਾ, ਜੇ ਇਹ ਘਟ ਚੁੱਕੀ ਹੈ ਤਾਂ ਫਿਰ ਕੀ ਹੈ, ਬੱਚਾ ਘੱਟ ਸਿੱਖੇਗਾ, ਤੇ ਉਹਦੀ ਜਿਹੜੀ ਸਿੱਖਿਆ ਉਹ ਪੂਰਨ ਤੌਰ ਤੇ ਕੰਮ ਨਹੀਂ ਸਿੱਖੇਗਾ। ਤੇ ਉਸੇ ਤਰ੍ਹਾਂ ਹੀ ਜਿਹੜਾ ਉਹਦੀ ਪੜ੍ਹਾਈ ਹੈ ਜਾਂ ਉਹਦਾ ਵਿਕਾਸ ਹੈ, ਵਿਕਾਸ ਕਹਿ ਸਕਦੇ ਆ, ਵਿਕਾਸ ਬਹੁਤ ਘੱਟ ਹੋਏਗਾ। ਭਾਸ਼ਾ ਦੇ ਨਾਲ ਹੀ ਉਹਦਾ ਵਿਕਾਸ ਹੋਏਗਾ ਤੇ ਵਿਕਾਸ ਇੱਥੇ ਘੱਟ ਹੋਏਗਾ। ਉਸ ਤੋਂ ਬਾਅਦ ਕੀ ਆ, ਬੱਚੇ ਦੇ ਮਨ ਉੱਪਰ ਭਾਰ ਪੈਂਦਾ ਹੈ। ਬੱਚਾ ਸੋਚਦਾ ਯਾਰ ਇਹ ਕੀ ਆ, ਸਾਡੇ ਲਈ ਤਾਂ ਕੋਈ ਜ਼ਰੂਰੀ ਨਹੀਂ, ਕਿੱਥੇ ਕੰਮ ਆਉਂਦਾ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅੱਗੇ ਜਾ ਕੇ ਬਹੁਤ ਕੰਮ ਆਉਂਦੇ ਨੇ, ਕਿਉਂਕਿ ਛੋਟੀਆਂ ਜਮਾਤਾਂ ਦੇ ਲਈ ਇਹ ਲਾਭਦਾਇਕ ਨਹੀਂ ਹੈ, ਪਰ ਉੱਚ ਜਮਾਤ ਦੇ ਲਈ ਇਹ ਬਹੁਤ ਲਾਭਦਾਇਕ ਆ। ਇੱਥੇ ਤੁਸੀਂ ਸਮਝ ਗਏ ਕਿ ਇਹਦੇ ਗੁਣ ਔਗੁਣ ਜਿਹੜੇ ਨੇ, ਦੋਸ਼ ਨੇ, ਉਹ ਇੱਥੇ ਯਾਦ ਕਰ ਸਕਦੇ ਹੋ ਬਹੁਤ ਚੰਗੇ ਤਰੀਕੇ ਦੇ ਨਾਲ। ਬੇਰਸ ਹੁੰਦੇ ਆ, ਰੱਟਾ ਲਾ ਕੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤੇ ਬੱਚਿਆਂ ਦੇ ਮਨ ਦੇ ਉੱਤੇ ਭਾਰ ਪੈਂਦਾ ਹੈ। ਅੱਗੇ ਗੱਲ ਕਰਦੇ ਹਾਂ, ਜਿਹੜਾ ਦੂਸਰਾ ਇਹਦਾ ਪ੍ਰਕਾਰ ਹੈ ਉਹ ਪਾਠ ਪੁਸਤਕ ਵਿਧੀ ਹੈ। ਪਾਠ ਪੁਸਤਕ ਕੀ ਹੁੰਦੀ ਹੈ ਉਹਨੂੰ ਦੇਖ ਲੈਂਦੇ ਹਾਂ। ਜਿਹੜੀ ਆਪਾਂ ਪਾਠ ਪੁਸਤਕ ਦੇਖਦੇ ਹਾਂ, ਵਿਆਕਰਨ ਨਹੀਂ, ਵਿਆਕਰਨ ਦਾ ਰੂਪ ਹੁੰਦਾ। ਵਿਆਕਰਨ ਦਾ ਕੀ ਹੁੰਦਾ, ਇੱਕ ਅਲੱਗ ਤੋਂ ਰੂਪ ਹੁੰਦਾ ਜਿਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ, ਲੇਖ, ਕਵਿਤਾਵਾਂ, ਨਾਵਲ ਕਹਿ ਸਕਦੇ ਜਾਂ ਨਾਵਲ ਹੋ ਸਕਦਾ ਕੋਈ, ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਮਿਲਦੀਆਂ ਨੇ ਆਪਾਂ ਨੂੰ, ਉਹ ਵਿਆਕਰਨ ਤੋਂ ਹਟ ਕੇ ਕਿਸ ਦੇ ਵਿੱਚ ਮਿਲਦੀਆਂ ਨੇ, ਉਹ ਪਾਠ ਪੁਸਤਕ ਦੇ ਵਿੱਚ ਮਿਲਦੀਆਂ। ਹੁਣ ਪਾਠ ਪੁਸਤਕ ਦੀ ਗੱਲ ਕਰ ਲਈਏ, ਇਹ ਵਿਧੀ ਬਹੁਤ ਹੀ ਸਧਾਰਨ ਵਿਧੀ ਹੈ। ਇਹ ਬਹੁਤ ਹੀ ਸਧਾਰਨ ਵਿਧੀ ਹੈ। ਇੱਥੇ ਵਿੱਚ ਕੀ ਆ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਪਾਠ ਦੀਆਂ ਜੋ ਸਤਰਾਂ ਨੇ, ਸਤਰਾਂ ਪੜ੍ਹਾਈਆਂ ਜਾਣਗੀਆਂ ਪਹਿਲਾਂ, ਫਿਰ ਉਹ ਸਤਰਾਂ ਦੀ ਜਿਹੜੀ ਵਿਆਖਿਆ ਕੀਤੀ ਜਾਏਗੀ। ਕੀ ਕੀਤੀ ਜਾਏਗੀ ਜੀ, ਵਿਆਖਿਆ ਕੀਤੀ ਜਾਏਗੀ। ਆਪਾਂ ਵੀ ਦੇਖਦੇ, ਆਪਾਂ ਨੂੰ ਜਦੋਂ ਅਧਿਆਪਕ ਪੜ੍ਹਾਉਂਦਾ ਸੀ, ਪਾਠ ਪੁਸਤਕ ਪੜ੍ਹਾਉਂਦਾ ਸੀ ਪੰਜਾਬੀ ਦੀ, ਅੰਗਰੇਜ਼ੀ ਦੀ ਜਾਂ ਫਿਰ ਸੰਸਕ੍ਰਿਤ ਦੀ, ਤਾਂ ਉਹਦੇ ਵਿੱਚ ਪਹਿਲਾਂ ਆਪਾਂ ਨੂੰ ਸਤਰਾਂ ਬਾਰੇ ਪੜ੍ਹਾਇਆ ਜਾਂਦਾ ਸੀ। ਸਤਰਾਂ ਪੜ੍ਹਾਉਣਗੇ, ਫਿਰ ਉਹਦੀ ਵਿਆਖਿਆ ਕੀਤੀ ਜਾਂਦੀ ਸੀ। ਇਹ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦਾ। ਇੱਥੇ ਤੁਸੀਂ ਸਮਝ ਲਾ ਲਓ ਕੀ ਹੈ, ਪਹਿਲਾਂ ਕੀ ਆ, ਉਹਦੇ ਜਿਹੜੇ ਨਿਯਮ ਦੱਸੇ ਜਾਂਦੇ ਆ, ਫਿਰ ਕੀ ਆ, ਉਹਦੀਆਂ ਜਿਹੜੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ। ਇੱਥੇ ਪਹਿਲਾਂ ਉਹਦੇ ਨਿਯਮ ਦੱਸਦੇ, ਉਦਾਹਰਨਾਂ, ਨਿਯਮ ਕਿਹੜੇ ਆ, ਸਤਰਾਂ ਪੜ੍ਹਾਈਆਂ ਜਾਂਦੀਆਂ, ਫਿਰ ਉਹਦੀ ਵਿਆਖਿਆ ਕੀਤੀ ਜਾਂਦੀ ਆ, ਇਹ ਕੀ ਆ, ਉਦਾਹਰਨਾਂ। ਉਸੇ ਤਰ੍ਹਾਂ ਹੀ ਪਾਠ ਪੁਸਤਕ ਨੂੰ ਹੀ ਵਿਆਕਰਨ ਦਾ ਆਧਾਰ ਬਣਾਇਆ ਜਾਂਦਾ, ਕਿ ਪਾਠ ਪੁਸਤਕ ਨੂੰ ਹੀ ਵਿਆਕਰਨ ਦਾ ਆਧਾਰ ਬਣਾਇਆ ਜਾਂਦਾ, ਕਿਉਂਕਿ ਵਿਆਕਰਨ ਦੇ ਹੀ ਜਿਹੜੇ ਕਿ ਸਿਰ ਬਬੂਤੇ ਤੇ ਇਹ ਜਿਹੜੀ ਕਿ ਪਾਠ ਪੁਸਤਕ ਲਿਖੀ ਜਾਂਦੀ ਹੈ, ਵਿਆਕਰਨ ਦਾ ਧਿਆਨ ਰੱਖ ਕੇ ਲਿਖੀ ਜਾਂਦੀ ਆ। ਅਗਰ ਆਪਾਂ ਵਿਆਕਰਨ ਨੂੰ ਕਿਤੇ ਆਪਾਂ ਸਾਈਡ ਤੇ ਕਰਕੇ ਪੜਾਂਗੇ ਤਾਂ ਫਿਰ ਪੜਿਆ ਨਹੀਂ ਜਾਏਗਾ। ਆਪਾਂ ਉਸਨੂੰ ਵੀ ਮਿਲਾ ਕੇ ਚੱਲਾਂਗੇ, ਵਿਆਕਰਨ ਨੂੰ ਮਿਲਾ ਕੇ ਚੱਲਾਂਗੇ, ਫਿਰ ਹੀ ਸਾਡੀ ਜਿਹੜੀ ਪਾਠ ਪੁਸਤਕ ਆ ਉਹ ਪੂਰੀ ਹੁੰਦੀ ਹੈ। ਉਸੇ ਤਰ੍ਹਾਂ ਹੀ ਅੱਗੇ ਵੀ ਲਾਈਨਾਂ ਦੇ ਵਿੱਚ ਇਹੀ ਲਿਖਿਆ, ਇਸ ਵਿਧੀ ਵਿੱਚ ਹੀ ਵਿਆਕਰਨ ਦੀ ਜਿਹੜੀ ਪਾਠ ਪੁਸਤਕ ਨੂੰ ਵਿਆਕਰਨ ਦੀ ਸਿੱਖਿਆ ਦਾ ਆਧਾਰ ਬਣਾ ਕੇ ਪੜ੍ਹਿਆ ਜਾਂਦਾ। ਕਿਉਂ ਪੜ੍ਹਿਆ ਜਾਂਦਾ, ਜੋ ਵੀ ਆਪਾਂ ਪਾਠ ਪੁਸਤਕ ਦੇ ਵਿੱਚ ਪੜ੍ਹਦੇ ਹਾਂ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਨਾਮ ਨੇ, ਇਹ ਕਿਰਿਆ ਇਹਦੇ ਵਿੱਚ ਆਈ ਆ ਪਾਠ ਦੇ ਵਿੱਚ,
इस तरह ये कदों की गल कर रहे आपां नूं उहदे काल दे बारे पता लग जांदा, ये बीते हुए कल की गल कर रहे आ जां अज की गल कर रहे आ जां आउण वाले समय की गल करते आ। सारा कुछ पाठ पुस्तक दे विच जो भी लिखिया हुंदा ਉਹ एक व्याकरण के आधार ते हुंदा। मैं तुहानूं दसदा क्यों, क्योंकि उस ते व्याकरण तो ही आपां नूं पाठ दे बारे पूर्ण तौर ते व्याकरण दे विच ही व्याकरण तो ही की सानू पता लगदा, असली की लगदा, काल पता लगदा, किरिया पता लगदी आ, काम दा पता लगदा है, कौन कर रहा है करता पता लगदा है। सारियां चीज़ां आपां नूं दा ज्ञान कौन करवाउंदा है, व्याकरण दा। इत्थे तुहानूं समझ लग गया होना। हाँ जी, नैक्सट चलदे आ आगमन विधि। हुण आपां निगमन विधि बहुत वधिया तरीके दे नाल कीती है। देखो दो तरह दी सीगी निगमन विधि। सब तो पहली की सी आपां पढ़िया सी उसदे बारे कि ओहदा नियम तो उदाहरण दे वल जांदी सी। उस तो बाद पहला गल कर दूसरी दो टाइप की सीगी, दो तरह की सूत्र विधि ते पाठ पुस्तक विधि। पाठ पुस्तक विधि ਉਹਨੂੰ ਪੜਿਆ ਸੀ, ਉਹਨੂੰ ਡਿਟੇਲ ਦੇ ਵਿੱਚ ਪੜਿਆ ਸੀ ਆਪਾਂ ਥੋੜਾ ਜਿਹਾ। ਹੁਣ ਆਪਾਂ ਪੜਾਂਗੇ ਨਿਗਮਨ ਵਿਧੀ। ਹੁਣ ਇੱਥੇ ਉਸ ਤੋਂ ਉਲਟ ਆ, ਬਿਲਕੁਲ ਉਸ ਤੋਂ ਕੀ ਆ ਉਲਟ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਆ ਇੱਥੇ ਆ ਲੱਗੇ ਹੋਇਆ ਆ ਆੜੇ ਕੰਨ, ਇੱਥੇ ਕੀ ਲਾ ਲਓ ਪਹਿਲਾਂ ਉਦਾਹਰਨਾਂ ਦਿੱਤੀਆਂ ਜਾਂਦੀਆਂ, ਠੀਕ ਹੈ। ਆੜੇ ਤੋਂ ਪਹਿਲਾਂ ਕੀ ਹੁੰਦਾ ਊੜਾ, ਊੜੇ ਤੋਂ ਸਮਝ ਲਿਓ ਵੀ ਉਦਾਹਰਨਾਂ। ਨੰਨੇ ਦੀ ਗੱਲ ਕਰਾਂਗੇ ਉੱਥੇ ਨਿਯਮ ਸੀ, ਨਿਯਮ ਤੋਂ ਨਿਗਮਨ ਬਣਦਾ, ठीक है जी। नियम तो निगमन बनता। पहला की आ नियम पढ़ाए जाते हैं निगमन दे विच। उसी तरह ही आगमन दे विच ही पहला की दस्सिया जांदा, उदाहरण दस्सी जांदे, फिर नियम पढ़ाए जाते हैं। इसी तरह आड़े तो पहला की हुंदा ऊड़ा, याद रख लो ऊड़े तो बाद आड़ा आउंदा ते आड़े तो आगमन बनता, ठीक है जी। इत्थे तुहानूं समझ लग गया हुण। फिर भी मैं दस दिना कि इस विधि दे विच पहला बच्चे नूं उदाहरणां दे के फिर नियम पढ़ाए जाते हैं। इसनूं की कहा जांदा है आगमन विधि। इसनूं ही आगमन विधि कहा जाता है। इसका जो दूसरा नाम है उन्होंने उदाहरण नियम विधि विधि भी कहा जाता है। उदाहरण नियम विधि भी कहा जाता है। ये विधि की है ज्ञात तो अज्ञात के सूत्र ते काम करती है, आधारित है। देखो अज्ञात का मतलब की है, मैं जो सूत्र पढ़ाए तुसीं वो जरूर क्लास लगाओ कि ज्ञात का मतलब की है जिहदे बारे आपां नूं ज्ञान पता होवे। ज्ञात का मतलब ज्ञान पता होवे, ठीक है। ਆਪਾਂ दूसरे ते गल करांगे अज्ञात दी। अज्ञात दा समझ लो हुण मतलब इस तो उल्टा है। अज्ञात दा जिहदी अपने कोल ज्ञान ना होवे, जिस दे बारे आपां जाणदे ना होईए, ज्ञान ना होवे। हाँ जी, ज्ञात तो जिहदे बारे आपां नूं ज्ञान होवे ते उस तो बाद उत्थों लैके आपां नूं कित्थों तक दसदे जिहदे बारे ज्ञान ना होवे, ठीक है जी। जिहदे बारे आपां नूं ज्ञान ना होवे, इत्थे समझ लिओ कि ज्ञात तो अज्ञात सूत्र ते काम करदी है। देखो कोई ਆਪਾਂ ਨਵਾਂ ਵਿਸ਼ਾ ਪੜਾਉਣਾ ਬੱਚੇ ਨੂੰ, ਇੱਕ ਨਵਾਂ ਵਿਸ਼ਾ ਪੜਾਉਣਾ, ਉਸ ਨੂੰ ਪੜ੍ਹਾ ਰਹੇ ਆ ਵਿਸ਼ੇਸ਼ਣ। ਮੰਨ ਲਓ ਵਿਸ਼ੇਸ਼ਣ ਪੜ੍ਹਾ ਰਹੇ ਆ, ਵਿਸ਼ੇਸ਼ਣ ਵਿਆਕਰਨ ਦਾ ਟੌਪਿਕ ਆ। ਉਸ ਨੂੰ ਗੱਲ ਕਰਾਂਗੇ। ਪਹਿਲਾਂ ਬੱਚੇ ਨੂੰ ਆਪਾਂ ਮੰਨ ਲਓ ਪੈਨ ਦਿਖਾਤੇ, ਪੈਨ ਅਲੱਗ-ਅਲੱਗ ਰੰਗ ਦੇ ਸੀਗੇ। ਉਸ ਤੋਂ ਬਾਅਦ ਬੱਚੇ ਨੂੰ ਕਿਤਾਬ ਦਿਖਾਤੀ, ਜਿਹੜੀ ਕਿ ਕਿਤਾਬ ਬਹੁਤ ਸੋਹਣੀ ਸੀਗੀ। ਹੁਣ ਬੱਚੇ ਨੂੰ ਪਹਿਲਾਂ ਉਦਾਹਰਨਾਂ ਦਿੱਤੀਆਂ ਨਾ, ਪੈਨ ਦੇ ਵਿੱਚ ਬਹੁਤ ਸਾਰੇ ਰੰਗ ਮਿਲਦੇ ਨੇ। ਉਹ ਕਹੇਗਾ ਇਹ ਸੋਹਣਾ ਪੈਨ ਹੈ, ਇਹ ਲੀਲਾ ਪੈਨ ਹੈ, ਇਹ ਚਿੱਟਾ ਪੈਨ ਹੈ, ਕਿਤਾਬ ਬਹੁਤ ਸੋਹਣੀ ਹੈ। ਉਸੇ ਤਰ੍ਹਾਂ ਹੀ ਕਾਪੀ ਜਿਹੜੀ ਕਿ ਬਹੁਤ ਗੰਦੀ ਹੋ ਚੁੱਕੀ ਹੈ, ਇਸ ਤਰ੍ਹਾਂ। ਤੇ ਇਸ ਤੋਂ ਕੀ ਕਰਾਂਗੇ, ਜਿਵੇਂ ਕਿ ਇਹਦੇ ਵਿੱਚ ਮੇਰੇ ਕੋਲ ਰੰਗੀਲਾ ਪੈਨ ਹੈ ਤੇ ਮੇਰੇ ਕੋਲ ਕਾਲੇ ਰੰਗ ਦਾ ਕੱਪੜਾ ਹੈ। ਤੇ ਕਾਲੇ ਰੰਗ ਕੀ ਆ, ਵਿਸ਼ੇਸ਼ਤਾ ਦੱਸ ਰਿਹਾ ਨਾ, ਇਹ ਪੈਨ ਰੰਗੀਲਾ ਹੈ। ਇਸ ਤੋਂ ਕੀ ਪਤਾ ਲੱਗ ਰਿਹਾ, ਉਦਾਹਰਨਾਂ ਦੇ ਰਿਹਾ। ਸਭ ਤੋਂ ਪਹਿਲਾਂ ਉਦਾਹਰਨਾਂ, ਫਿਰ ਆਪਾਂ ਕਹਾਂਗੇ ਇਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਅੱਜ ਆਪਾਂ ਕਿਹੜਾ ਟੌਪਿਕ ਪੜਾਂਗੇ, ਵਿਸ਼ੇਸ਼ਣ, ਜਿਹੜੇ ਕਿ ਵਿਸ਼ੇਸ਼ਤਾ ਦੱਸਦੇ ਹੋਣ ਜਿਹੜੇ ਸ਼ਬਦ ਦੀ। ਇੱਥੋਂ ਕਿ ਇਸ ਦੀ ਵਰਤੋਂ ਆਗਮਨ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਆ। ਹੁਣ ਤੁਸੀਂ ਹਿਸਾਬ ਲਗਾ ਲਓ ਵੀ ਵਿਆਕਰਨ ਦੇ ਵਿੱਚ ਵੀ ਕੀਤੀ ਜਾਂਦੀ ਆ। ਵੈਸੇ ਕੋਈ ਚੀਜ਼ ਜਿਹੜੀ ਯਾਦ ਪਤਾ ਹੋਵੇ ਉਸਦੇ ਆਧਾਰ ਬਣਾ ਕੇ, ਜਿਹੜਾ ਗਿਆਨ ਦਾ ਆਧਾਰ ਬਣਾ ਕੇ, ਜਿਹੜੀ ਚੀਜ਼ ਨਾ ਪਤਾ ਹੋਵੇ ਉਸ ਤੱਕ ਪਹੁੰਚਣ ਦੇ ਲਈ ਜਿਹੜੀ ਵੀ ਚੀਜ਼ ਦੀ ਜਾਂ ਉਦਾਹਰਨ ਦੀ ਵਰਤੋਂ ਕਰਦੇ ਆ, ਤੇ ਉਸ ਤੋਂ ਬਾਅਦ ਉਸਨੂੰ ਕੀ ਕਹਾਂਗੇ, ਸੂਤਰ ਕਿਹਾ ਜਾਂਦਾ ਹੈ। ਸੂਤਰ ਕੀ ਆ, ਸਿਧਾਂਤ। ਸਿਧਾਂਤ ਤੇ ਸੂਤਰ ਦੇ ਵਿੱਚ ਵੈਸੇ ਫਰਕ ਹੈ, ਵੈਸੇ ਤੁਸੀਂ ਸਿਧਾਂਤ ਵੀ ਮੰਨ ਸਕਦੇ ਹੋ। ਜਿਹਦੀ ਚੀਜ਼ ਦੇ ਬਾਰੇ ਗਿਆਨ ਹੋਵੇ, ਜਿਹਦੇ ਚੀਜ਼ ਦੇ ਬਾਰੇ ਗਿਆਨ ਨਾ ਹੋਵੇ, ਤੇ ਜਿਹਦੇ ਬਾਰੇ ਗਿਆਨ ਹੋਵੇ ਤਾਂ ਉਸ ਤੋਂ ਲੈ ਕੇ ਜਿਹਦੇ ਬਾਰੇ ਗਿਆਨ ਨਾ ਹੋਵੇ, ਉਸਦਾ ਜਿਹੜਾ ਇੱਕ ਦੂਜੇ ਦਾ ਸੰਬੰਧ ਬਣਾਉਣ ਦੇ ਲਈ ਆਪਾਂ ਆਗਮਨ ਵਿਧੀ ਦੀ ਵਰਤੋਂ ਕਰਦੇ ਹਾਂ। ਹੁਣ ਦੇਖਦੇ ਹਾਂ ਕਿ ਪਹਿਲਾਂ ਬੱਚੇ ਨੂੰ ਪੜ੍ਹਾਉਣ ਲਈ ਉਦਾਹਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਪਰਿਭਾਸ਼ਾ ਵਿਆਖਿਆ ਕੀਤੀ ਜਾਂਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਵਿਸ਼ੇਸ਼ਣ ਪੜ੍ਹਾਉਣਾ ਹੈ, ਪਹਿਲਾਂ ਬੱਚੇ ਨੂੰ ਉਦਾਹਰਨਾਂ ਦੇਵਾਂਗੇ, ਫਿਰ ਵਿਸ਼ੇਸ਼ਣ ਪੜ੍ਹਾਵਾਂਗੇ। ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਿਆ ਹੋਣਾ।
ਹੁਣ ਇਸ ਵਿਧੀ ਦੇ ਦੇਖੋ ਦੋਸ਼ ਨਹੀਂ ਹੈ, ਇਹ ਦੋਸ਼ ਕਿਸ ਵਿਧੀ ਦੇ ਨੇ, ਇਹ ਅਗਰ ਦੋਸ਼ ਪੁੱਛਿਆ ਹੈਗਾ ਕਿਸ ਵਿਧੀ ਦੀ ਨੇ, ਉਹ ਤੁਸੀਂ ਕਹੋਗੇ ਨਿਗਮਨ ਵਿਧੀ ਦੇ। ਨਿਗਮਨ ਵਿਧੀ ਦੇ ਕਿਉਂ ਦੋਸ਼ ਨੇ ਉਹ ਤੁਹਾਨੂੰ ਦੱਸ ਦਿੱਤਾ ਹੈ। ਅਗਰ ਗੁਣ ਦੀ ਗੱਲ ਕਰੀਏ ਤਾਂ ਗੁਣ ਕਿਸ ਵਿਧੀ ਦੇ ਆ, ਇਹ ਤੁਸੀਂ ਕਹੋਗੇ ਬਿਲਕੁਲ ਉਲਟਾ ਜੀ, ਇੱਕ ਦੂਜੇ ਦੇ ਉਲਟਾ, ਉਹ ਹੈ ਆਗਮਨ ਵਿਧੀ ਦੇ। ਨਿਗਮਨ ਵਿਧੀ ਦੇ ਦੋਸ਼ ਨੇ ਤੇ ਆਗਮਨ ਵਿਧੀ ਦੇ ਗੁਣ ਨੇ, ਦੋਨਾਂ ਦੇ ਵਿੱਚ ਫਰਕ ਤੁਹਾਨੂੰ ਪਤਾ ਲੱਗ ਗਿਆ। ਹੁਣ ਆਗਮਨ ਵਿਧੀ ਦੇ ਦੋਸ਼ ਗੁਣ ਕੀ ਨੇ, ਤੇ ਦੋਸ਼ ਨਹੀਂ ਹੈ, ਗੁਣ ਹੈ, ਠੀਕ ਹੈ ਜੀ। ਗੁਣ ਕੀ ਨੇ, ਇਹ ਵਿਧੀ ਮਨੋਵਿਗਿਆਨਿਕ ਹੈ। ਦੇਖੋ ਉਹ ਮਨੋਵਿਗਿਆਨਿਕ ਸੀਗੀ, ਇਹ ਵਿਗਿਆਨਿਕ ਸੀਗੀ। ਗਿਆਨ ਦਾ ਪੱਕਾ ਤੇ ਸਥਾਈ ਬਣ ਜਾਣਾ, ਉਹਦੇ ਵਿੱਚ ਗਿਆਨ ਪੱਕਾ ਨਹੀਂ ਬਣਦਾ, ਸਥਾਈ ਨਹੀਂ ਬਣਦਾ, ਕਿਉਂਕਿ ਰੱਟਾ ਲਾਇਆ ਜਾਂਦਾ। ਰੱਟਾ ਇੱਕ ਸਮੇਂ ਯਾਦ ਰੱਖ ਸਕਦਾ ਬੱਚਾ, ਉਸ ਤੋਂ ਬਾਅਦ ਕੁਝ ਸਮੇਂ ਤੱਕ ਬਾਅਦ ਭੁੱਲ ਜਾਏਗਾ। ਪਰ ਇਹਦੇ ਵਿੱਚ ਕੀ ਆ, ਗਿਆਨ ਜਿਹੜਾ ਕਿ ਹੋਵੇਗਾ ਪੱਕਾ ਹੋਵੇਗਾ ਤੇ ਸਥਾਈ ਹੋਵੇਗਾ। ਜਦੋਂ ਮਰਜ਼ੀ ਬੱਚੇ ਨੂੰ ਉਸਦੇ ਬਾਰੇ ਤੁਸੀਂ ਪੁੱਛ ਲਓ, ਉਦਾਹਰਨਾਂ ਦੇ ਕੇ ਜਦੋਂ ਪੜਾਵਾਂਗੇ। ਉਸ ਤੋਂ ਬਾਅਦ ਹੈ ਬੱਚਾ ਸਵੈ ਯਤਨ ਰਾਹੀਂ ਸਿੱਖਦਾ ਹੈ। ਬੱਚਾ ਜਦੋਂ ਖੁਦ ਆਪਦੇ ਯਤਨ ਕਰੇਗਾ ਇਹਦੇ ਵਿੱਚ, ਜਦੋਂ ਆਪਾਂ ਉਹਨੂੰ ਉਦਾਹਰਨਾਂ ਦੇਵਾਂਗੇ, ਉਸ ਤੋਂ ਬਾਅਦ ਬੱਚੇ ਨੂੰ ਪੁੱਛਾਂਗੇ ਬੱਚੇ ਅੱਜ ਆਪਣਾ ਕਿਹੜਾ ਟੌਪਿਕ ਆ ਜਾਂ ਕਿਹੜਾ ਵਿਸ਼ਾ ਆਪਾਂ ਪੜਾਂਗੇ, ਜਦੋਂ ਬੱਚਾ ਦੱਸੇਗਾ ਵੀ ਇਹ ਪੜਾਂਗੇ, ਚਾਹੇ ਗਲਤ ਦੱਸਦਾ ਸਹੀ ਦੱਸਦਾ, ਕਿਤੇ ਨਾ ਕਿਤੇ ਉਹ ਆਪਣਾ ਸਵੈ ਯਤਨ ਕਰਨ ਦੀ ਕੋਸ਼ਿਸ਼ ਤਾਂ ਕਰ ਰਿਹਾ ਨਾ। ਉੱਥੇ ਆਪਾਂ ਨੂੰ ਪਤਾ ਲੱਗ ਗਿਆ ਸਵੈ ਕੀ ਕਰ ਰਿਹਾ, ਯਤਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਸ ਤੋਂ ਬਾਅਦ ਕੀ ਆ, ਬੌਧਿਕ ਵਿਕਾਸ ਹੋਏਗਾ। ਜੇਕਰ ਆਪ ਦਾ ਉਹ ਸਵੈ ਯਤਨ ਕਰੇਗਾ, ਕਿਤੇ ਨਾ ਕਿਤੇ ਬੌਧਿਕ ਵਿਕਾਸ ਹੋਏਗਾ। ਅਗਰ ਤੁਹਾਡੇ ਤੋਂ MCQ ਪੁੱਛਿਆ ਗਿਆ ਬੌਧਿਕ ਵਿਕਾਸ ਕਿਸ ਵਿਧੀ ਦੇ ਵਿੱਚ ਹੋਏਗਾ, ਤੁਸੀਂ ਕਹੋਗੇ ਆਗਮਨ ਵਿਧੀ ਦੇ ਵਿੱਚ। ਅਗਰ ਬੌਧਿਕ ਵਿਕਾਸ ਦੀ ਨਹੀਂ ਗੱਲ ਕਰਦੇ, ਬੌਧਿਕ ਵਿਕਾਸ ਕਿਸ ਵਿਧੀ ਵਿੱਚ ਨਹੀਂ ਹੋਵੇਗਾ, ਉਹ ਤੁਸੀਂ ਕਹੋਗੇ ਨਿਗਮਨ ਵਿਧੀ ਦੇ ਵਿੱਚ। ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਮੈਨੂੰ ਨਹੀਂ ਲੱਗਦਾ ਇਸ ਦੇ ਨਾਲ ਤੁਹਾਨੂੰ ਕੁਐਸਚਨ ਦੀ ਲੋੜ ਪੈਂਦੀ ਆ, ਪਰ ਫਿਰ ਵੀ ਮੈਂ ਕਰਵਾਊਂਗਾ ਜ਼ਰੂਰ। ਮੈਂ ਤੁਹਾਨੂੰ ਨਾਲ ਨਾਲ ਦੱਸ ਵੀ ਰਿਹਾ ਨਾ ਕਿਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਹਾਂਜੀ, ਇਸ ਤਰ੍ਹਾਂ ਪੁੱਛਿਆ ਜਾਂਦਾ ਕਿ ਕਿਸ ਵਿਧੀ ਦੇ ਵਿੱਚ ਗਿਆਨ ਪੱਕਾ ਤੇ ਸਥਾਈ ਬਣ ਜਾਂਦਾ, ਤੁਸੀਂ ਕਹੋਗੇ ਆਗਮਨ ਦੇ ਵਿੱਚ। ਨਿਗਮਨ ਚ ਕਿਉਂ ਨਹੀਂ, ਨਿਗਮਨ ਚ ਰੱਟਾ ਲਗਾਇਆ ਜਾਂਦਾ, ਬੱਚੇ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਤੂੰ ਆ ਪੜ, ਚਾਹੇ ਉਹਦਾ ਮਨ ਕਰੇ ਨਾ ਕਰੇ, ਉਹਦੀ ਬਿਨਾਂ ਮਰਜ਼ੀ ਤੋਂ ਬੱਚੇ ਨੂੰ ਸਿਖਾਇਆ ਜਾਂਦਾ। ਬਸ ਇੱਥੋਂ ਮਨੋਵਿਗਿਆਨਿਕ ਸਮਝ ਲਓ, ਬਿਨਾਂ ਬੱਚੇ ਦੀ ਮਰਜ਼ੀ ਤੋਂ ਉਸਦੇ ਉੱਤੇ ਥੋਪਿਆ ਜਾਂਦਾ ਵੀ ਤੂੰ ਆ ਪੜਨਾ ਹੈ ਤੇ ਤੂੰ ਯਾਦ ਕਰਨਾ ਹੈ। ਹਾਂਜੀ, ਉਸ ਤੋਂ ਬਾਅਦ ਗੱਲ ਕਰਾਂਗੇ ਆਗਮਨ ਵਿਧੀ ਵੀ ਅੱਗੇ ਦੋ ਤਰ੍ਹਾਂ ਦੀ ਹੈ, ਦੋ ਪ੍ਰਕਾਰ ਨੇ। ਕਿਹੜੇ ਕਿਹੜੇ ਨੇ ਉਹਨੂੰ ਪੜ੍ਹਦੇ ਆ। ਸਭ ਤੋਂ ਪਹਿਲਾਂ ਪ੍ਰਯੋਗ ਵਿਧੀ ਵਿਸ਼ਲੇਸ਼ਣ, ਉਸ ਤੋਂ ਬਾਅਦ ਸਹਿਯੋਗ ਸਹਿ ਸੰਬੰਧ ਵਿਧੀ। ਉਸਨੂੰ ਦੋ ਤਰ੍ਹਾਂ ਜਾਣਦੇ ਆ। ਸਭ ਤੋਂ ਪਹਿਲਾਂ ਪ੍ਰਯੋਗ ਵਿਧੀ ਜਾਂ ਵਿਸ਼ਲੇਸ਼ਣ ਵਿਧੀ ਦੇ ਬਾਰੇ ਜਾਣਦੇ ਆ। ਇਸਨੂੰ ਇਹ ਵਿਆਕਰਨ ਦੇ ਕਿਸੇ ਨਿਯਮ ਨੂੰ ਸਮਝਾਉਣ ਲਈ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਉਦਾਹਰਨਾਂ ਜਿਹੜੀਆਂ ਦਿੱਤੀਆਂ ਜਾਂਦੀਆਂ, ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇਖਣ ਨੂੰ ਮਿਲਦੀਆਂ। ਜਿਵੇਂ ਆਪਾਂ ਨਾਮ ਪੜ੍ਹਾਇਆ, ਵਿਸ਼ੇਸ਼ਣ ਪੜ੍ਹਾਇਆ, ਮੰਨ ਲਓ ਵਿਸ਼ੇਸ਼ਣ ਦੇ ਵਿੱਚ ਆਪਾਂ ਪੈਨ ਦਿਖਾ ਕੇ ਬੱਚੇ ਨੂੰ ਪੜ੍ਹਾਇਆ, ਉਹਦੇ ਜਿਹੜੇ ਕੱਪੜੇ ਦਾ ਰੰਗ ਕਰਕੇ ਦਿਖਾਇਆ ਹੈ, ਬੱਚਾ ਹੁਸ਼ਿਆਰ ਹੈ ਨਲਾਇਕ, ਉਸ ਨੂੰ ਲੈ ਕੇ ਉਦਾਹਰਨ ਦਿੱਤੀ ਹੈ। ਤਾਂ ਵੱਖ-ਵੱਖ ਉਦਾਹਰਨਾਂ ਨੂੰ ਲੈ ਕੇ ਜਦੋਂ ਆਪਾਂ ਪ੍ਰਯੋਗ ਕੀਤਾ ਜਾਵੇ ਉਸ ਤਰ੍ਹਾਂ ਦੇ ਨਿਯਮ, ਫਿਰ ਉਦਾਹਰਨਾਂ ਤੋਂ ਪ੍ਰਸ਼ਨ ਬਣਾਏ ਜਾਣ। ਕੀ ਪ੍ਰਯੋਗ ਹੋ ਰਿਹਾ ਨਾ, ਉਦਾਹਰਨਾਂ ਕਿਸ ਤੇ ਵਰਤੋਂ ਦੇ ਵਿੱਚ ਆ ਰਹੀਆਂ, ਪ੍ਰਸ਼ਨ ਬਣਾਉਣ ਦੇ ਵਿੱਚ ਵਰਤੋਂ ਆ ਰਹੀ ਆ। ਉਸ ਤੋਂ ਬਾਅਦ ਬਹਿਸ ਦੁਆਰਾ ਬੱਚਾ ਆਨਸਰ ਕਰੇਗਾ ਉਸਦਾ, ਉਸ ਤੋਂ ਬਾਅਦ ਉਹਦਾ ਸਹੀ ਗਲਤ ਦੱਸੇਗਾ ਅਧਿਆਪਕ, ਫਿਰ ਉਹ ਬਹਿਸ ਦੁਆਰਾ ਨਿਯਮ ਕੱਢੇ ਜਾਂਦੇ ਨੇ। ਕੀ ਆ, ਨਿਯਮ ਕੱਢੇ ਜਾਂਦੇ ਨੇ, ਨਿਯਮ ਬਾਰੇ ਦੱਸਿਆ ਜਾਂਦਾ ਹੈ ਪ੍ਰਯੋਗ ਦੇ ਵਿੱਚ। ਪ੍ਰਯੋਗ ਵਿਧੀ ਦੇ ਵਿੱਚ ਕੀ ਆ, ਪਹਿਲਾਂ ਬੱਚੇ ਨੂੰ ਉਦਾਹਰਨਾਂ ਦਿੱਤੀਆਂ ਜਾਣਗੀਆਂ, ਉਦਾਹਰਨਾਂ ਦੇਤੀਆਂ, ਉਸ ਤੋਂ ਬਾਅਦ ਕੀ ਕਰੇਗਾ, ਉਦਾਹਰਨਾਂ ਤੋਂ ਕੀ ਚੱਲੇਗਾ, ਪ੍ਰਸ਼ਨ ਉੱਤਰ ਪੁੱਛੇ ਜਾਣਗੇ, ਬੱਚਿਆਂ ਤੋਂ ਪ੍ਰਸ਼ਨ ਉੱਤਰ ਪੁੱਛੇ ਜਾਣਗੇ। ਫਿਰ ਕਿਤੇ ਨਾ ਕਿਤੇ ਇੱਕ ਅੱਧੇ ਪ੍ਰਸ਼ਨ ਦੇ ਵਿੱਚ ਕਿਤੇ ਨਾ ਕਿਤੇ ਬਹਿਸਬਾਜ਼ੀ ਜੁੜੀ ਹੁੰਦੀ ਆ, ਬਹਿਸ ਹੋਵੇਗੀ। ਤੇ ਬਹਿਸ ਤੋਂ ਬਾਅਦ ਕੀ ਆ, ਆਪਾਂ ਜਾਂ ਅਧਿਆਪਕ ਨਿਯਮ ਦੱਸੇਗਾ, ਤੇ ਨਿਯਮ ਤੋਂ ਬਾਅਦ ਬੱਚਾ ਜਿਹੜਾ ਬੱਚੇ ਉਸਨੂੰ ਸਮਝ ਸਕਦੇ ਨੇ, ਕੀ ਸਕਦੇ ਨੇ, ਸਮਝ ਸਕਦੇ ਨੇ। ਉਸੇ ਤਰ੍ਹਾਂ ਹੀ ਇਸ ਪਿੱਛੋਂ ਨਿਯਮ ਦਾ ਪ੍ਰਯੋਗ ਕੀਤਾ ਜਾਂਦਾ, ਤੇ ਉਸੇ ਤਰ੍ਹਾਂ ਹੀ ਆਪਾਂ ਨਿਯਮ ਦੱਸਾਂਗੇ ਤੇ ਬੱਚਾ ਕੀ ਕਰੇਗਾ, ਸਮਝ ਜਾਏਗਾ। ਇੱਥੋਂ ਕੋ ਪ੍ਰਯੋਗ ਹੋ ਗਿਆ, ਮਤਲਬ ਜਿਹੜੀ ਚੀਜ਼ ਆਪਾਂ ਦੱਸ ਰਹੇ ਹਾਂ ਉਸਦੀ ਜਿਹੜੀ ਪ੍ਰਯੋਗ ਦੇ ਵਿੱਚ ਜਾਂ ਉਹਦਾ ਜਿਹੜੀ ਵਰਤੋਂ ਆ ਕਿਸ ਤਰ੍ਹਾਂ ਲੈ ਕੇ ਆ ਰਹੇ ਹਾਂ, ਬਸ ਉਹ ਪ੍ਰਯੋਗ ਵਿਧੀ ਆ ਜਾਂ ਵਿਸ਼ਲੇਸ਼ਣ ਵਿਧੀ ਆ। ਵਿਸ਼ਲੇਸ਼ਣ ਦਾ ਮਤਲਬ ਆ ਉਹਨੂੰ ਥੋੜਾ ਜਿਹਾ ਵਿਸ਼ੇਸ਼ ਕਰਕੇ ਦੱਸਣਾ, ਉਦਾਹਰਨਾਂ ਨੂੰ ਪ੍ਰਸ਼ਨ ਬਣਾ ਕੇ ਉਹਦੇ ਉੱਤਰ ਪੁੱਛ ਕੇ ਉਸਦੇ ਜਿਹੜੇ ਸਹੀ ਗਲਤ ਜਿਹੜੇ ਉੱਤਰ ਦਿੱਤੇ ਨੇ ਬੱਚੇ ਦੀ, ਉਸਦੇ ਉੱਪਰ ਥੋੜਾ ਜਿਹੀ ਬਹਿਸਬਾਜ਼ੀ ਜਾਂ ਵਿਆਖਿਆ ਕਰਕੇ ਬੱਚਿਆਂ ਨੂੰ ਨਿਯਮ ਪੜ੍ਹਾਏ ਜਾਣ। ਤੇ ਨਿਯਮ ਜਦੋਂ ਪੜ੍ਹਾਵਾਂਗੇ ਤੇ ਬੱਚੇ ਦੀ ਜਿਹੜੀ ਸਮਝ ਆ ਉਹ ਬਣੇਗੀ, ਉਹਦਾ ਬੌਧਿਕ ਵਿਕਾਸ ਹੋਏਗਾ। ਉਸਨੂੰ ਆਪਾਂ ਆਗਮਨ ਵਿਧੀ ਦੇ ਨਾਲ ਜਾਣਾਂਗੇ, ਜਾਂ ਫਿਰ ਆਗਮਨ ਦੀ ਅੱਗੇ ਪ੍ਰਕਾਰ ਹੈ ਪ੍ਰਯੋਗ ਵਿਧੀ। ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਿਆ। ਅੱਗੇ ਗੱਲ ਕਰਾਂਗੇ ਸਹਿਯੋਗ ਜਾਂ ਸਹਿ ਸੰਬੰਧੀ। ਇਹਦੇ ਵਿੱਚ ਕੀ ਆ, ਇੱਕ ਵਿਸ਼ੇ ਪੜ੍ਹਾਉਂਦੇ ਪੜ੍ਹਾਉਂਦੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਦੇਣੀ। ਸਹਿਯੋਗ ਮਤਲਬ ਕਿ ਕਿਸੇ ਦੀ ਸਹਾਇਤਾ ਹੋ ਜਾਣੀ। ਹਾਂਜੀ, ਸਹਿਯੋਗ ਇੱਥੇ ਸਹਾਇਤਾ ਹੋ ਜਾਣੀ ਕਿਸੇ ਦੀ, ਹੋਰ ਜਿਹੜੇ ਆਪਾਂ ਗੱਲ ਕਰੀਏ ਵਿਸ਼ੇ ਦੀ, ਇੱਥੇ ਕੀ ਹੈ, ਮਦਦ ਹੋ ਜਾਣੀ। ਇੱਕ ਕੋਈ ਟੌਪਿਕ ਪੜ੍ਹਾ ਰਹੇ ਹਾਂ, ਵਿਸ਼ਾ ਪੜ੍ਹਾ ਰਹੇ ਹਾਂ, ਉਹਦੇ ਵਿੱਚ ਕਿਸੇ
ਹੋਰ ਜਿਹੜੇ ਟੌਪਿਕ ਦੀ ਜਾਂ ਵਿਸ਼ੇ ਦੀ ਜਿਹੜੀ ਵਰਤੋਂ ਕੀਤੀ ਜਾਵੇ। ਜਿਵੇਂ ਇੱਕ ਵਿਸ਼ਾ ਪੜ੍ਹਾਉਂਦੇ ਹੋਰ ਸਾਰੇ ਵਿਸ਼ਿਆਂ ਦੇ ਉੱਤੇ ਜਿਹੜਾ ਕਿ ਅਧਿਆਪਕ ਪੜ੍ਹਾਉਂਦਾ ਹੈ। ਜਿਵੇਂ ਕਿ ਪਾਠ ਪੁਸਤਕ ਪੜ੍ਹਾਉਂਦੇ ਸਮੇਂ ਮੌਖਿਕ ਰੂਪ ਵਿੱਚ ਵਿਆਕਰਨ ਦੇ ਨਿਯਮਾਂ ਬਾਰੇ ਗਿਆਨ ਕਰਵਾਉਂਦਾ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੈ, ਜਦੋਂ ਆਪਾਂ ਪੜ੍ਹਾਵਾਂਗੇ ਉਹਨੂੰ ਦੱਸਾਂਗੇ ਕਿਹੜੇ ਕਾਲ ਦੀ ਗੱਲ ਕਰ ਰਿਹਾ ਇੱਥੇ, ਜਾਂ ਇਹਦੇ ਵਿੱਚ ਕਿਹੜਾ ਕਰਤਾ ਹੈ, ਕਿਰਿਆ ਕਿਹੜੀ ਹੈ। ਤਾਂ ਕਿਤੇ ਨਾ ਕਿਤੇ ਪਾਠ ਪੜ੍ਹਾਉਂਦੇ ਸਮੇਂ ਆਪਾਂ ਇਹਨਾਂ ਚੀਜ਼ਾਂ ਦੇ ਧਿਆਨ ਰੱਖਾਂਗੇ ਨਾ, ਤੇ ਇਹ ਕੀ ਆ, ਵਿਆਕਰਨ। ਉਸੇ ਤਰ੍ਹਾਂ ਹੀ ਜਿਵੇਂ ਪੰਜਾਬੀ ਪੜ੍ਹਾਉਂਦੇ ਸਮੇਂ ਪੰਜਾਬੀ ਵਿੱਚ ਸਾਇੰਸ, ਅੰਗਰੇਜ਼ੀ, ਇਤਿਹਾਸ ਦੇ ਸ਼ਬਦ ਆ ਜਾਂਦੇ ਨੇ, ਤੇ ਅਧਿਆਪਕ ਉਹਨਾਂ ਸ਼ਬਦਾਂ ਬਾਰੇ ਵੀ ਗਿਆਨ ਦਿੰਦਾ ਹੈ। ਉਸਨੂੰ ਕੀ ਕਹਾਂਗੇ, ਸਹਿਯੋਗ, ਜਿੱਥੇ ਕਿ ਸਹਾਇਤਾ ਮਿਲਦੀ ਹੈ, ਜਿੱਥੇ ਕਿ ਆਪਾਂ ਨੂੰ ਸਹਾਇਤਾ ਮਿਲਦੀ ਹੈ ਕਿਸੇ ਦੀ। ਤਾਂ ਇੱਥੇ ਕੀ ਆ, ਆਪਾਂ ਅੰਗਰੇਜ਼ੀ ਦਾ ਸਾਇੰਸ ਦਾ ਸ਼ਬਦ ਆਇਆ, ਮੰਨ ਲਓ ਕਿ ਹਾਈਡਰੋਜਨ ਆ ਗਿਆ ਜਾਂ ਆਕਸੀਜਨ ਆ ਗਿਆ, ਆਕਸੀਜਨ ਆ ਗਿਆ, ਤਾਂ ਆਕਸੀਜਨ ਬਾਰੇ ਦੱਸਾਂਗੇ ਨਾ ਆਪਾਂ ਵੀ ਆਕਸੀਜਨ ਕੀ ਹੁੰਦੀ ਹੈ ਬੱਚੇ ਨੂੰ, ਵੀ ਆਕਸੀਜਨ। ਅਗਰ ਇਹ ਇੱਕ ਦੂਜੇ ਨਾਲ ਮੇਲ ਮਿਲਾਪ ਨਹੀਂ ਕਰਨਗੇ, ਇਹ ਵਿਸ਼ੇ ਇੱਕ ਦੂਜੇ ਵਿੱਚ ਮੇਲ ਮਿਲਾਪ ਨਹੀਂ ਕਰਨਗੇ, ਬੱਚੇ ਦਾ ਵਿਕਾਸ, ਬੱਚੇ ਦੀ ਸਮਝ, ਠੀਕ ਹੈ, ਬੱਚੇ ਦਾ ਵਿਕਾਸ, ਬੱਚੇ ਦੀ ਸਮਝ, ਜਾਂ ਬੱਚਾ ਜੋ ਭਾਸ਼ਾ ਸਿੱਖਦਾ ਹੈ ਅਧੂਰੀ ਰਹਿ ਜਾਏਗੀ। ਕੀ ਰਹਿ ਜਾਏਗੀ, ਅਧੂਰੀ ਰਹਿ ਜਾਏਗੀ। ਇਸੇ ਵਿੱਚ ਹੀ ਇੱਕ ਵਿਸ਼ਾ ਪੜ੍ਹਾਉਂਦੇ ਹੋਰ ਵਿਸ਼ਿਆਂ ਨਾਲ ਸੰਬੰਧ ਬਣਾਉਣਾ। ਇੱਕ ਜਦੋਂ ਵਿਸ਼ਾ ਪੜ੍ਹਾ ਰਹੇ ਹਾਂ ਤੇ ਬੱਚਾ ਹੋਰ, ਮਤਲਬ ਕਿ ਅਧਿਆਪਕ ਹੈ, ਹੋਰ ਵਿਸ਼ਿਆਂ ਦੇ ਨਾਲ ਸੰਬੰਧ ਬਣਾ ਲੈਂਦਾ ਹੈ, ਇਸ ਨੂੰ ਸਹਿਯੋਗੀ ਵਿਧੀ ਬੋਲਿਆ ਜਾਂਦਾ ਹੈ, ਜਾਂ ਜਾਣਿਆ ਜਾਂਦਾ, ਜਾਂ ਆਖਿਆ ਜਾਂਦਾ ਹੈ। ਬਸ ਇੱਥੋਂ ਤੁਸੀਂ ਸਮਝ ਲਿਓ। ਹੁਣ ਆਪਣਾ ਇੱਥੋਂ ਤੱਕ ਇਹ ਕੰਪਲੀਟ ਹੋ ਗਿਆ, ਇਹ ਆਗਮਨ ਵਿਧੀ ਤੇ ਨਿਗਮਨ ਵਿਧੀ ਹੋ ਗਈ ਹੈ। ਉਸ ਤੋਂ ਬਾਅਦ ਹੈ ਪ੍ਰਤੱਖ ਭਾਸ਼ਾ ਸਿੱਖਿਆ ਵਿਧੀ। ਹੁਣ ਇਸ ਨੂੰ ਵੀ ਜਾਣਦੇ ਆ, ਇਹ ਵੀ ਅੱਗੇ ਉਸਦੀ ਤਰ੍ਹਾਂ ਹੀ ਹੈ, ਪਰ ਇਹਦੇ ਉੱਤੇ ਜ਼ਿਆਦਾ ਫੋਕਸ ਨਾ ਕਰੋ, ਧਿਆਨ ਨਾ ਦਿਓ, ਇਹ ਜ਼ਿਆਦਾ ਨਹੀਂ ਪੁੱਛੀ ਜਾਂਦੀ। ਹਾਂਜੀ, ਪ੍ਰਤੱਖ ਭਾਸ਼ਾ ਸਿੱਖਿਆ ਵਿਧੀ ਹੈ। ਇਸ ਵਿਧੀ ਨੂੰ ਸੰਪਰਕ ਵਿਧੀ ਨਾਲ ਵੀ ਜਾਣਿਆ ਜਾਂਦਾ। ਜੇ ਤੁਹਾਨੂੰ ਪੁੱਛਿਆ ਸੰਪਰਕ ਵਿਧੀ ਕਿਸ ਨੂੰ ਕਹਾਂਗੇ, ਪ੍ਰਤੱਖ ਭਾਸ਼ਾ ਸਿੱਖਿਆ, ਜਿੱਥੇ ਕਿ ਪ੍ਰਤੱਖ ਰੂਪ ਦੇ ਵਿੱਚ ਭਾਸ਼ਾ ਜਿਹੜੀ ਸਿੱਖਿਆ ਮਿਲ ਸਕਦੀ ਹੈ, ਉਸ ਵਿਧੀ ਨੂੰ ਆਪਾਂ ਪ੍ਰਤੱਖ ਕਹਾਂਗੇ। ਇੱਥੇ ਵਿਦਿਆਰਥੀਆਂ ਨੂੰ ਭਾਸ਼ਾ ਦੇ ਸਿਧਾਂਤ ਅਤੇ ਨਿਯਮ ਸਿਖਾਉਣ ਦੇ ਬਿਨਾਂ ਹੀ, ਇਹ ਕੀ ਆ, ਭਾਸ਼ਾ ਦੇ ਜਾਂ ਵਿਆਕਰਨ ਦੇ ਕਿਸੇ ਬਿਨਾਂ ਸਿਧਾਂਤ ਤੋਂ, ਬਿਨਾਂ ਨਿਯਮਾਂ ਤੋਂ ਜਦੋਂ ਆਪਾਂ ਬੱਚੇ ਨੂੰ ਸਿਖਾਉਣੇ ਆ, ਤਾਂ ਉਹ ਸਿਖਾਉਣੇ ਆ ਜਾਂ ਰਚਨਾ ਕਰਦੇ ਆ ਜਾਂ ਅਭਿਆਸ ਦੁਆਰਾ ਵਿਆਕਰਨ ਦਾ ਗਿਆਨ ਕਰਵਾਉਣੇ ਆ। ਦੇਖੋ ਇਹਦੇ ਵਿੱਚ ਕੀ ਆ, ਜਦੋਂ ਆਪਾਂ ਵਿਦਿਆਰਥੀਆਂ ਨੂੰ ਵਿਆਕਰਨ ਦੇ ਸਿਧਾਂਤ ਤੇ ਨਿਯਮ ਤੇ ਸਿਖਾਉਣੇ ਆ, ਬਿਨਾਂ ਹੀ ਰਚਨਾ ਦੇ ਤੇ ਬਿਨਾਂ ਅਭਿਆਸ ਦੇ ਦੁਆਰਾ ਵਿਆਕਰਨ ਦਾ ਗਿਆਨ ਕਰਵਾਇਆ ਜਾਂਦਾ। ਦੇਖੋ ਆਪਾਂ ਉਦਾਹਰਨਾਂ ਦੇਖ ਕੇ ਤੇ ਬਿਨਾਂ ਉਦਾਹਰਨਾਂ ਦੇਖ ਕੇ ਕਰੀਏ ਤਾਂ ਇਹ ਪ੍ਰਤੱਖ ਰੂਪ ਤੇ ਦੱਸ ਰਿਹਾ ਨਾ, ਵੀ ਉਹਨਾਂ ਦਾ ਜਿਹੜਾ ਕਿ ਆਪਾਂ ਅਨੁਭਵ ਨਾ ਕਰਾਉਣਾ ਤੇ ਸਿੱਧਾ ਹੀ ਬੱਚੇ ਨੂੰ ਕਰਵਾ ਦੇਣਾ। ਠੀਕ ਹੈ ਜੀ। ਜੇ ਆਪਾਂ ਕਹਿ ਦਈਏ ਬੱਚੇ ਨੂੰ ਕੋਈ ਟੌਪਿਕ ਪੜ੍ਹਾਉਣਾ, ਨਾਮ ਪੜ੍ਹਾਉਣਾ, ਨਾਮ ਤਾਂ ਵੈਸੇ ਵਿਆਕਰਨ ਦਾ ਟੌਪਿਕ ਆ, ਵੈਸੇ ਮੰਨ ਲਓ ਨਾਮ ਪੜ੍ਹਾਉਣਾ, ਆਪਾਂ ਬੱਚੇ ਨੂੰ ਦੱਸ ਦਾਂਗੇ ਇਹ ਨਾਮ ਹੁੰਦੇ ਆ, ਇਹ ਆਮ ਨਾਮ ਹੁੰਦੇ ਆ, ਇਹ ਖਾਸ ਨਾਮ, ਬਿਨਾਂ ਪਰਿਭਾਸ਼ਾ ਤੋਂ। ਕਿੱਥੇ ਕਿ ਉਸਨੂੰ ਕੀ ਆ, ਆਪਾਂ ਵਿਆਕਰਨ ਤੋਂ ਜਾਣੂ ਨਹੀਂ ਕਰਾਇਆ, ਪਰ ਵਿਆਕਰਨ ਦੇ ਬਾਰੇ ਤਾਂ ਦੱਸ ਰਹੇ। ਉਸੇ ਤਰ੍ਹਾਂ ਹੀ ਅੱਗੇ ਪੁਆਇੰਟ ਦੇ ਵਿੱਚ ਆ, ਬੱਚਿਆਂ ਨੂੰ ਜਟਿਲ ਨਿਯਮ ਯਾਦ ਨਹੀਂ ਕਰਨੇ ਪੈਣੇ। ਇਹਦੇ ਵਿੱਚ ਕੀ ਆ, ਆਪਾਂ ਦੱਸਤਾ ਵੀ ਇਹ ਆਮ ਨਾਮ ਹੁੰਦੇ ਆ, ਇਹੋ ਜਿਹੇ ਖਾਸ ਨਾਮ ਹੁੰਦੇ ਆ, ਇਹ ਵਸਤੂਆਂ ਦੇ ਨਾਮ ਆ, ਇਹ ਕੀ ਆ, ਭਾਵਵਾਚਕ ਨਾਮ। ਉਸੇ ਤਰ੍ਹਾਂ ਹੀ ਕਿ ਬੱਚਿਆਂ ਨੂੰ ਕੀ ਆ, ਜਟਿਲ ਨਿਯਮ ਯਾਦ ਕਰਨ ਦੀ ਕੋਈ ਲੋੜ ਨਹੀਂ ਹੈ। ਜਦੋਂ ਆਪਾਂ ਸਿੱਧੇ ਦੱਸਤਾ ਵੀ ਇਹ ਆਮ ਨਾਮ ਹੁੰਦੇ ਆ, ਖਾਸ ਹੁੰਦੇ ਆ, ਇਹੋ ਜਿਹੇ, ਤਾਂ ਉਹਨਾਂ ਨੂੰ ਫਿਰ ਕੀ ਆ, ਨਿਯਮ ਯਾਦ ਕਰਨ ਦੀ ਲੋੜ ਹੀ ਨਹੀਂ ਹੈ। ਉਸੇ ਤਰ੍ਹਾਂ ਹੀ ਉਹ ਸਹਿਜ ਸੁਭਾਅ ਹੀ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਨੇ, ਉਹਨਾਂ ਦੇ ਨਾਮ ਪਤਾ ਕਰ ਲੈਂਦੇ ਨੇ, ਇਸੇ ਤਰ੍ਹਾਂ ਹੀ ਉਹ ਪੜ੍ਹਦੇ ਨੇ, ਇਹ ਨਿਯਮ ਸਿੱਖ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਨਿਯਮ ਸਿੱਖ ਜਾਂਦੇ ਨੇ ਹੌਲੀ ਹੌਲੀ। ਦੇਖੋ ਪਹਿਲਾਂ ਬੱਚੇ ਨੂੰ ਆਪਾਂ ਕੁਝ ਨਹੀਂ ਸਿਖਾ ਰਹੇ, ਪਹਿਲਾਂ ਕੋਈ ਪਰਿਭਾਸ਼ਾ ਨਹੀਂ ਦੇ ਰਹੇ, ਬਟ ਉਹਨੂੰ ਐਂ ਦੱਸ ਰਹੇ ਹਾਂ, ਪਰੰਤੂ ਇਹ ਤਾਂ ਦੱਸ ਰਹੇ ਹਾਂ ਨਾ ਵੀ ਇਹ ਆਮ ਨਾਮ ਹੈ, ਇਹ ਖਾਸ ਨਾਮ ਹੈ, ਉਹਨੂੰ ਚੀਜ਼ਾਂ ਦਿਖਾ ਦਿਖਾ ਕੇ ਉਸ ਨਾਲ ਕੀ ਹੈ, ਪ੍ਰਤੱਖ ਰੂਪ ਦੇ ਭਾਸ਼ਾ ਦਾ ਗਿਆਨ ਕਰਵਾ ਰਹੇ ਹਾਂ, ਸਿੱਖਿਆ ਦੇ ਰਹੇ ਹਾਂ ਬਿਨਾਂ ਕਿਸੇ ਨਿਯਮਾਂ ਤੋਂ। ਸ਼ਾਇਦ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਨਿਯਮ ਸਮਝ ਆ ਜਾਣਗੇ, ਪਰ ਆਪਾਂ ਹੁਣ ਤਾਂ ਨਹੀਂ ਨਾ ਉਹਨੂੰ ਨਿਯਮ ਸਿਖਾ ਰਹੇ, ਉਹਨੂੰ ਉਦਾਹਰਨਾਂ ਦੇ ਰਹੇ। ਉਦਾਹਰਨਾਂ ਦੇਵਾਂਗੇ ਜ਼ਰੂਰ, ਪਰ ਕੀ ਆ, ਆਪਾਂ ਆਗਮਨ ਜਾਂ ਨਿਗਮਨ ਵਿਧੀ ਤਰ੍ਹਾਂ ਨਹੀਂ ਕਰਾਂਗੇ। ਬੱਚੇ ਨੂੰ ਖੁੱਲੇ ਤੌਰ ਤੇ ਛੱਡਾਂਗੇ, ਸੰਪਰਕ ਦੇ ਵਿੱਚ ਲੈ ਕੇ ਆਵਾਂਗੇ, ਉਹਨੂੰ ਖੁੱਲਾ ਛੱਡਾਂਗੇ, ਤੂੰ ਆਪਣੇ ਆਪ ਖੁਦ ਐਕਸਪੀਰੀਅੰਸ ਕਰ, ਖੁਦ ਅਨੁਭਵ ਕਰ। ਜਦੋਂ ਬੱਚਾ ਅਨੁਭਵ ਕਰੇਗਾ, ਆਪਣੇ ਐਕਸਪੀਰੀਅੰਸ ਕਰੇਗਾ, ਤਾਂ ਉਹ ਚੀਜ਼ਾਂ ਸਿੱਖੇਗਾ। ਆਪਾਂ ਵੀ ਦੇਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਅਨੁਭਵ ਦੇ ਦੁਆਰਾ ਸਿੱਖਦੇ, ਆਪਾਂ ਨੂੰ ਸਿਖਾਈਆਂ ਨਹੀਂ ਜਾਂਦੀਆਂ, ਆਪਾਂ ਅਨੁਭਵ ਦੇ ਦੁਆਰਾ ਸਿੱਖਦੇ ਹਾਂ। ਉਸੇ ਤਰ੍ਹਾਂ ਹੀ ਬੱਚਾ ਵੀ ਅਨੁਭਵ ਦੇ ਦੁਆਰਾ ਸਿੱਖਾਂਗੇ। ਬਸ ਇਹ ਇੰਨਾ ਕੁ ਯਾਦ ਰੱਖਿਓ, ਨਹੀਂ ਸੰਪਰਕ ਵਿਧੀ ਕਿਹਾ ਜਾਂਦਾ, ਬਿਨਾਂ ਕਿਸੇ ਆਗਮਨ ਨਿਗਮਨ ਵਿਧੀ ਤੋਂ ਬਿਨਾਂ ਹੀ ਬੱਚੇ ਨੂੰ ਖੁੱਲਾ ਛੱਡਿਆ ਜਾਂਦਾ, ਕਿ ਨਿਯਮ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਬੱਚਾ ਕੀ ਆ, ਬਹੁਤ ਚੰਗੀ ਤਰ੍ਹਾਂ ਸਿੱਖ ਲੈਂਦਾ ਹੈ। ਉਸ ਤੋਂ ਬਾਅਦ ਪ੍ਰਸ਼ਨ ਨੂੰ ਪੁੱਛਿਆ ਜਾਂਦਾ ਹੈ, ਸਭ ਤੋਂ ਉੱਤਮ ਵਿਧੀ ਕਿਹੜੀ ਹੈ, ਕਹੋਗੇ ਆਗਮਨ ਵਿਧੀ ਹੈ। ਆਗਮਨ ਵਿਧੀ ਹੈ, ਨਿਗਮਨ ਵਿਧੀ ਨਹੀਂ ਹੈ, ਆਗਮਨ ਵਿਧੀ ਹੈ, ਸਭ ਤੋਂ ਉੱਤਮ ਹੈ। ਅਗਰ ਉੱਚੀਆਂ ਕਲਾਸਾਂ ਦੇ
ਜਾਂ ਫਿਰ ਨੀਵੀਆਂ ਕਲਾਸਾਂ ਦੇ ਲਈ ਗੱਲ ਕਰਦੇ ਹਾਂ, ਹਨਾ ਜੀ। ਆਰੰਭਿਕ ਕਲਾਸਾਂ ਦੀ ਗੱਲ ਕਰਦੇ ਆ ਜਾਂ ਫਿਰ ਵੱਡੀਆਂ ਕਲਾਸਾਂ ਦੀ ਗੱਲ ਕਰਦੇ ਆ, ਉਹਦੇ ਵਿੱਚ ਦੋਨਾਂ ਵਿੱਚ ਹੀ ਆਗਮਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਆ। ਅਗਰ ਤੁਹਾਡੇ ਤੋਂ ਇਸ ਤਰ੍ਹਾਂ ਕੁਐਸਚਨ ਪੁੱਛੇਗਾ ਬੱਚਿਆਂ ਨੂੰ ਪੜ੍ਹਾਉਣ ਲਈ ਤੇ ਦੁਹਰਾਈ ਲਈ ਕਿਹੜੀ ਵਿਧੀ ਸਭ ਤੋਂ ਉੱਤਮ ਹੈ, ਤਾਂ ਤੁਸੀਂ ਕਹੋਗੇ ਨਿਗਮਨ ਵਿਧੀ। ਕਿਉਂ? ਪਹਿਲਾਂ ਬੱਚੇ ਨੂੰ ਕੀ ਕੀਤਾ ਜਾਂਦਾ ਹੈ? ਪਹਿਲਾਂ ਬੱਚਾ ਪਰਿਭਾਸ਼ਾ ਦੇਗਾ, ਫਿਰ ਕੀ ਕਰੇਗਾ? ਉਦਾਹਰਨਾਂ ਦੇਗਾ। ਇਸੇ ਤਰ੍ਹਾਂ ਹੀ ਹੋ ਜਾਏਗਾ। ਉਸ ਤੋਂ ਬਾਅਦ ਕੀ ਹੈ? ਵਿਆਕਰਨ ਦੀਆਂ ਵਿਧੀਆਂ ਪੜ੍ਹੀਆਂ। ਉਸ ਤੋਂ ਬਾਅਦ ਗੱਲ ਕਰਦੇ ਆ ਵਿਆਕਰਨ ਦੀ ਮਹੱਤਤਾ ਕਿਉਂ ਪੈਂਦੀ ਆ। ਕਿਉਂ ਪੈਂਦੀ ਆ? ਇਹ ਛੋਟਾ ਜਿਹਾ ਟੌਪਿਕ ਆ, ਇਹਦੇ ਵਿੱਚ ਵੀ ਗੱਲ ਕਰਾਂਗੇ। ਭਾਸ਼ਾ ਸਿੱਖਿਆ ਦਾ ਕਾਰਜ, ਜਿਹੜਾ ਕਿ ਭਾਸ਼ਾ ਸਿੱਖਿਆ ਦਾ ਕਾਰਜ ਆ, ਵਿਆਕਰਨ ਤੋਂ ਬਿਨਾਂ ਅਧੂਰਾ ਹੈ। ਅਗਰ ਵਿਆਕਰਨ ਨਾ ਹੋਏਗੀ, ਆਪਾਂ ਨੂੰ ਨਾਮ ਦੇ ਬਾਰੇ ਨਾ ਪਤਾ ਲੱਗੇਗਾ, ਕਰਤਾ ਕੌਣ ਹੈ, ਕਰਤਾ ਦੇ ਬਾਰੇ ਨਹੀਂ ਪਤਾ ਲੱਗੇਗਾ। ਉਸ ਤੋਂ ਬਾਅਦ ਕਿਰਿਆ ਕੀ ਹੈ ਇਹਦੇ ਵਿੱਚ, ਇਹਦੇ ਬਾਰੇ ਨਹੀਂ ਪਤਾ ਇਸ ਕਰਕੇ ਭਾਸ਼ਾ ਕੀ ਹੋ ਜਾਏਗੀ? ਵਿਆਕਰਨ ਤੋਂ ਬਿਨਾਂ ਅਧੂਰੀ ਹੋ ਜਾਏਗੀ। ਅਧੂਰੀ ਹੋਏਗੀ ਤਾਂ ਆਪਾਂ ਨੂੰ ਨਿਯਮ ਨਹੀਂ ਪਤਾ ਲੱਗਣੇ। ਨਿਯਮ ਹੋਣਗੇ ਤਾਂ ਆਪਾਂ ਤਾਂਹੀਓ ਤਾਂ ਜ਼ਿੰਦਗੀ ਜੀਣੀ ਆ, ਜੇ ਆਪਣੇ ਨਿਯਮ ਨੇ। ਇਸੇ ਤਰ੍ਹਾਂ ਹੀ ਵਿਆਕਰਨ ਭਾਸ਼ਾ ਦਾ ਮਿੱਤਰ ਤੇ ਸਹਿਯੋਗੀ ਹੈ। ਵਿਆਕਰਨ ਕੀ ਆ? ਭਾਸ਼ਾ ਦਾ ਮਿੱਤਰ ਹੈ ਤੇ ਸਹਿਯੋਗੀ ਹੈ, ਜਿਹੜਾ ਕਿ ਹਰ ਥਾਂ ਉਹਦੀ ਮਦਦ ਕਰਦਾ ਹੈ ਤੇ ਮਿੱਤਰ ਹੈ। ਇਸ ਨੂੰ ਸਹੀ ਰਾਸਤੇ ਤੇ ਚੱਲਣ ਦੀ ਪ੍ਰੇਰਨਾ ਕਰਦਾ ਹੈ। ਕੌਣ ਕਰਦਾ ਹੈ? ਵਿਆਕਰਨ ਨੂੰ, ਵਿਆਕਰਨ ਇੱਥੇ ਕੀ ਕਹਿ ਰਿਹਾ? ਵਿਆਕਰਨ ਕਿਸ ਦੀ ਮਦਦ ਕਰਦਾ ਹੈ? ਭਾਸ਼ਾ ਦੀ ਮਦਦ ਕਰਦਾ ਹੈ। ਕਿਸ ਦੀ? ਭਾਸ਼ਾ ਦੀ ਮਦਦ ਕਰਦਾ ਹੈ ਕਿ ਉਹ ਸਹੀ ਰਾਸਤੇ 'ਚ ਚੱਲੇ ਤੇ ਉਹਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਵਿਆਕਰਨ ਦੇ ਸਹਿਯੋਗ ਦੇ ਨਾਲ ਹੀ ਸ਼ੁੱਧ ਲਿਖਣਾ ਤੇ ਬੋਲਣਾ ਸੌਖੀ ਤਰ੍ਹਾਂ ਬੱਚਾ ਸਿੱਖ ਲੈਂਦਾ ਹੈ। ਬੱਚਾ ਕੀ ਭਾਸ਼ਾ ਵਿਆਕਰਨ ਦੇ ਨਾਲ ਹੀ ਭਾਸ਼ਾ ਦੇ ਜੇ ਸ਼ੁੱਧ ਸ਼ਬਦ ਲਿਖੇਗਾ ਤੇ ਉਹਨੂੰ ਬੋਲੇਗਾ। ਜੇਕਰ ਵਿਆਕਰਨ ਇੱਥੇ ਨਹੀਂ ਹੈਗੀ ਤਾਂ ਬੱਚਾ ਸ਼ੁੱਧ ਲਿਖਣਾ ਤੇ ਸ਼ੁੱਧ ਬੋਲਣਾ ਨਹੀਂ ਸਿੱਖੇਗਾ। ਭਾਸ਼ਾ ਦੇ ਪੂਰਨ ਗਿਆਨ ਨੂੰ ਜਾਂ ਵਿਗਿਆਨ ਲਈ ਵਿਆਕਰਨ ਦੇ ਅੰਗਾਂ ਨੂੰ ਜਾਣਨਾ ਜ਼ਰੂਰੀ ਹੈ। ਤੇ ਕਿੰਨੇ ਅੰਗ ਨੇ? ਅਗਰ ਆਪਾਂ ਨੂੰ ਵਿਆਕਰਨ ਦੇ ਅੰਗ ਨਹੀਂ ਪਤਾ ਤਾਂ ਫਿਰ ਆਪਾਂ ਭਾਸ਼ਾ ਨਹੀਂ ਸਿੱਖ ਸਕਦੇ। ਇਹਦੇ ਅਗਰ ਤੁਹਾਡੇ ਤੋਂ ਅੰਗ ਪੁੱਛੇ ਗਏ, ਸਭ ਤੋਂ ਕਵਾਂਗੇ ਧੁਨੀ ਬੋਧ ਜਾਂ ਇਹਨੂੰ ਵਰਨ ਬੋਧ ਜਾਣਦੇ ਆ, ਦੂਸਰਾ ਹੈ ਸ਼ਬਦ ਬੋਧ ਹੈ, ਤੀਸਰਾ ਹੈ ਵਾਕ ਬੋਧ ਹੈ, ਚੌਥਾ ਹੈ ਕਿੰਨਾ ਅਰਥ ਬੋਧ। ਤਾਂ ਇਸ ਨੂੰ ਆਪਾਂ ਡਿਟੇਲ ਦੇ ਵਿੱਚ ਜਦੋਂ ਵਿਆਕਰਨ ਕੀਤੀ ਉਦੋਂ ਕਰਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ। ਹਾਂਜੀ, ਉਸ ਤੋਂ ਬਾਅਦ ਪਹਿਲਾ ਜਿਹੜਾ ਆਪਣਾ ਟੌਪਿਕ ਹੋਵੇਗਾ ਉਹ ਵਿਸ਼ਾ ਹੋਵੇਗਾ ਧੁਨੀ ਬੋਧ ਹੋਵੇਗਾ। ਉਸ ਤੋਂ ਬਾਅਦ ਕੁਝ ਹੋਰ ਵੀ ਨੇ। ਭਾਸ਼ਾ ਅਸ਼ੁੱਧੀਆਂ ਨੂੰ ਬੌਧਿਕ ਰੂਪ ਤੋਂ ਸਮਝਣ ਦੇ ਲਈ ਵਿਆਕਰਨ ਦੇ ਨਿਯਮਾਂ ਦਾ ਗਿਆਨ ਜ਼ਰੂਰੀ ਹੈ। ਅਗਰ ਵਿਆਕਰਨ ਦਾ ਨਿਯਮ ਨਹੀਂ ਪਤਾ ਤੇ ਉਹਦੇ ਬੌਧਿਕ ਰੂਪ ਤੇ ਜਿਹੜਾ ਕਿ ਉਹਦਾ ਵਿਕਾਸ ਹੋਏਗਾ, ਸਮਝਣ ਸ਼ਕਤੀ ਹੋਵੇਗੀ, ਉਹ ਵੀ ਅਧੂਰੀ ਹੋ ਰਹੇਗੀ, ਕਿਉਂਕਿ ਉਹਦੇ ਕੋਲ ਅਸ਼ੁੱਧੀਆਂ ਨੇ। ਜਿਵੇਂ ਕਿ ਹਾਹੇ ਤੋਂ ਪਹਿਲਾਂ ਅੱਖਰ ਦੀਆਂ ਆਵਾਜ਼ਾਂ ਜਿਹੜੀਆਂ ਕਿ ਦੀਆਂ ਆਵਾਜ਼ ਲਾਂ ਦੀ ਹੈ। ਇਸੇ ਤਰ੍ਹਾਂ ਹੀ ਜਿਵੇਂ ਹਿੰਦੀ 'ਚ ਆਪਾਂ ਮਿਹਨਤ ਏਦਾਂ ਲਿਖਦੇ ਮਿਹਨਤ, ਤਾਂ ਮਿਹਨਤ ਆਪਾਂ ਪੰਜਾਬੀ ਦੇ ਵਿੱਚ ਏਦਾਂ ਲਿਖ ਦਿੰਦੇ ਹਾਂ। ਇਸ ਤਰ੍ਹਾਂ ਦੇ ਅਗਰ ਨਿਯਮ ਪਤਾ ਹੋਣਗੇ ਤਾਂ ਤਾਂਹੀਓ ਬੱਚਾ ਸਹੀ ਤਰੀਕੇ ਨਾਲ ਲਿਖ ਸਕਦਾ, ਬੋਲ ਸਕਦਾ। ਉਸੇ ਤਰ੍ਹਾਂ ਹੀ ਵਿਆਕਰਨ ਦੇ ਪ੍ਰਯੋਗ ਨਾਲ ਅਧਿਆਪਕ ਆਪਣੇ ਅਧਿਆਪਨ ਨੂੰ ਸਫਲ ਬਣਾ ਲੈਂਦਾ ਹੈ। ਜੇਕਰ ਅਧਿਆਪਕ ਕੋਲੇ ਵਿਆਕਰਨ ਨਾ ਹੋਈ ਤਾਂ ਅਧਿਆਪਕ ਕਿਸ ਤਰ੍ਹਾਂ ਪੜ੍ਹਾਏਗਾ? ਉਹ ਸਫਲ ਨਹੀਂ ਹੋਏਗਾ, ਬੱਚੇ ਨੂੰ ਸਮਝਾ ਨਹੀਂ ਸਕਦਾ। ਭਾਸ਼ਾ ਦੇ ਸਵਰਨ ਪ੍ਰਮਾਣਿਕ ਰੂਪ ਵਿੱਚ ਸੁਰੱਖਿਆ ਰੱਖਣ ਦੇ ਲਈ ਵਿਆਕਰਨ ਦੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਆਪਾਂ ਨੂੰ ਪਤਾ ਹੈ ਅਗਰ ਵਿਆਕਰਨ ਦੇ ਵਿੱਚ ਵਿਆਕਰਨ ਹੈ ਤਾਂ ਭਾਸ਼ਾ ਨੂੰ ਕੀ ਆ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ, ਸੰਭਾਲ ਕੇ ਰੱਖਣ ਦਾ। ਬੱਚਾ ਅਨੁਕਰਨ ਦੁਆਰਾ ਸਿੱਖਦਾ ਹੈ। ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਅਨੁਕਰਨ ਦੇ ਦੁਆਰਾ ਸਿੱਖੇਗਾ, ਭਾਸ਼ਾ ਸਿੱਖਦਾ ਹੈ। ਤੇ ਬੋਲਚਾਲ ਦੀ ਭਾਸ਼ਾ ਜਿਹੜੀ ਆਪਾਂ ਵਰਤਦੇ ਹਾਂ ਉਸਦੇ ਲਈ ਵਿਆਕਰਨ ਜ਼ਰੂਰੀ ਨਹੀਂ ਹੈ। ਅਗਰ ਆਪਾਂ ਗੱਲ ਕਰੀਏ ਰਸਮੀ ਭਾਸ਼ਾ ਦੀ, ਰਸਮੀ ਭਾਸ਼ਾ ਦੇ ਵਿੱਚ ਵਿਆਕਰਨ ਦੀ ਬਹੁਤ ਲੋੜ ਪੈਂਦੀ ਹੈ। ਤਾਂ ਅਗਰ ਆਪਾਂ ਗੱਲ ਕਰੀਏ ਬੋਲਚਾਲ ਦੀ ਭਾਸ਼ਾ ਵਿੱਚ ਵਿਆਕਰਨ ਦਾ ਧਿਆਨ ਨਹੀਂ ਰੱਖਿਆ ਜਾਂਦਾ, ਬਹੁਤ ਸਾਰੀਆਂ ਅਸ਼ੁੱਧੀਆਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਕਿ ਅੱਜ ਕੱਲ੍ਹ ਆਪਾਂ ਸਮਾਜ ਦੇ ਵਿੱਚ ਦੇਖਦੇ ਆ। ਉਸ ਤੋਂ ਬਾਅਦ ਆਪਣੇ ਕੋਲੇ ਹੈ ਬੱਚੇ ਨੂੰ ਭਾਸ਼ਾ ਸਿੱਖਣ ਲਈ ਵਿਆਕਰਨ ਦੀ ਲੋੜ ਪੈਂਦੀ ਹੈ। ਬਿਲਕੁਲ, ਅਗਰ ਭਾਸ਼ਾ ਨਹੀਂ ਹੋਈ ਤਾਂ ਬੱਚਾ ਜਿਹੜੇ ਉਹਦੇ ਨਿਯਮ ਨਹੀਂ ਸਿੱਖੇਗਾ, ਉਸਨੂੰ ਸਹੀ ਤਰੀਕੇ ਨਾਲ ਕਿਵੇਂ ਬੋਲਣਾ ਹੈ, ਲਿਖਣਾ ਹੈ, ਸਮਝੇਗਾ ਨਹੀਂ। ਇਸੇ ਤਰ੍ਹਾਂ ਹੀ ਬੱਚੇ ਦਾ ਜਿਹੜਾ ਭਾਸ਼ਾ ਦਾ ਵਿਕਾਸ ਨਹੀਂ ਹੋਏਗਾ। ਆਈ ਹੋਪ ਕਿ ਤੁਹਾਨੂੰ ਇਹ ਬਹੁਤ ਵਧੀਆ ਟੌਪਿਕ ਲੱਗਿਆ ਹੋਣਾ, ਜਿਹੜਾ ਕਿ ਮੋਸਟ ਇੰਪੋਰਟੈਂਟ ਹੈ। ਇੱਕ MCQ ਪੱਕਾ ਇਹਦੇ ਵਿੱਚ ਪੁੱਛਿਆ ਜਾਂਦਾ ਹੈ। ਤੇ ਸਾਡੇ ਚੈਨਲ ਤੇ ਵੱਖ-ਵੱਖ ਇਸ ਤਰ੍ਹਾਂ ਦੇ 13 ਲੈਕਚਰ ਪਹਿਲਾਂ ਅਪਲੋਡ ਹੋ ਚੁੱਕੇ ਨੇ, ਤੁਸੀਂ ਉਹ ਲੈਕਚਰ ਦੇਖ ਸਕਦੇ ਹੋ। ਬਾਕੀ ਜੋ ਵੀ ਤੁਹਾਡੀ ਇਨਕੁਆਇਰੀ ਆ, ਸਾਡਾ ਨੰਬਰ ਸ਼ੋ ਹੋ ਰਿਹਾ WhatsApp, ਤੁਸੀਂ ਜੁਆਇਨ ਕਰ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਇੰਸਟਾਗ੍ਰਾਮ ਹੈ, ਟੈਲੀਗ੍ਰਾਮ ਲਿੰਕ ਹੈ, ਉੱਥੇ ਜਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਥੈਂਕਸ ਫॉर ਵਾਚਿੰਗ ਦਿਸ ਵੀਡੀਓ ਐਂਡ ਬਾਕੀ ਦੀ ਪਲੇਲਿਸਟ ਤੁਹਾਨੂੰ ਮਿਲ ਜਾਣਗੀਆਂ ਡਿਸਕ੍ਰਿਪਸ਼ਨ ਬਾਕਸ ਵਿੱਚ, ਤੁਸੀਂ ਚੈੱਕ ਕਰ ਸਕਦੇ ਹੋ।